ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਗੁਰਜਤਿੰਦਰ ਸਿੰਘ ਰੰਧਾਵਾ। ਦੋਸਤੋ, ਅੱਜ ਅਸੀਂ ਕਿਸਾਨੀ ਤੇ ਗੱਲਬਾਤ ਕਰਾਂਗੇ। ਕਿਸਾਨੀ ਇੱਕ ਅਜਿਹੀ ਚੀਜ਼ ਆ ਜਿਹਦੇ ਵਿੱਚ ਬੜੀ ਵੱਡੀ ਇੱਕ ਬੈਕਗਰਾਉਂਡ ਹੁੰਦੀ ਆ। ਉਹ ਬੈਕਗਰਾਉਂਡ ਇਹ ਨਹੀਂ ਹੈਗਾ ਕਿ ਤੁਸੀਂ ਇੱਕ ਕਿਸਾਨ ਹੈਗੇ ਹੋ ਤੇ ਖੇਤੀਬਾੜੀ ਹੋ ਗਈ ਤੇ ਉਹਦਾ ਜਿਹੜੀ ਫਸਲ ਆ ਉਹ ਮਾਰਕੀਟ 'ਚ ਆ ਗਈ, ਪਰ ਇਸ ਦੇ ਪਿੱਛੇ ਬਹੁਤ ਵੱਡੇ ਰਾਜ ਹੁੰਦੇ ਆ। ਅੱਜ ਜਿਹੜੇ ਇਸ ਪਿੱਛੇ ਰਾਜ ਹੁੰਦੇ ਆ ਉਸ ਬਾਰੇ ਤੁਹਾਡੀ ਜਿਹੜੀ ਆ ਮੁਲਾਕਾਤ ਅਸੀਂ ਕਰਾਵਾਂਗੇ ਡਾਕਟਰ ਪਰਮਜੀਤ ਸਿੰਘ ਰੰਧਾਵਾ, ਜਿਹੜੇ ਕਿ ਕੈਲੀਫੋਰਨੀਆ ਸੈਕਰਾਮੈਂਟੋ 'ਚ ਹੈਗੇ ਆ। ਬੜੀ ਵੱਡੀ ਇਹਨਾਂ ਦੀ ਲੈਬ ਆ। ਉਸ ਲੈਬ ਵਿੱਚ ਕੀ ਕੁਝ ਉੱਥੇ ਬਣਾਉਂਦੇ ਆ, ਕੀ ਉਹ ਤਜਰਬੇ ਕਰਦੇ ਆ, ਕਿਸਾਨੀ ਨਾਲੋਂ ਕਿਵੇਂ ਜੁੜੇ ਆ, ਉਸ ਬਾਰੇ ਅਸੀਂ ਗੱਲਬਾਤ ਕਰਾਂਗੇ। ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਡਾਕਟਰ ਪਰਮਜੀਤ ਸਿੰਘ ਰੰਧਾਵਾ ਹੋਰਾਂ ਦਾ। ਹਾਂਜੀ ਡਾਕਟਰ ਸਾਹਿਬ, ਤੁਹਾਡਾ ਪੰਜਾਬ ਮੇਲ 'ਚ ਸਵਾਗਤ ਹੈ। ਥੈਂਕ ਯੂ ਜੀ, ਤੁਹਾਡਾ ਅੱਜ ਇੱਥੇ ਆਉਣ ਦਾ। ਤੁਸੀਂ ਵਧੀਆ ਦਿਨ ਚੁਣਿਆ। ਇਟਸ ਨਾਈਸ ਐਂਡ ਸਨੀ ਡੇ ਐਂਡ ਇਟਸ ਨੋ ਵਿੰਡੀ ਐਂਡ ਵੀ ਕੈਨ ਸਟੈਂਡ ਇਨ ਦੀ ਪਾਰਕਿੰਗ ਲਾਟ। ਸੋ ਨਾਈਸ ਐਂਡ ਨੋਟ ਸੋ ਨਾਈਸ ਆਫ ਪੰਜਾਬ ਮੇਲ coming and covering us an agricultural part of our life। ਜੀ, ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਜਿਹੜੀ ਪਿੱਛੇ ਤੁਸੀਂ ਬਿਲਡਿੰਗ ਦੇਖ ਰਹੇ ਹੋ, ਇਹ ਇੱਕ ਲੈਬੋਰਟਰੀ ਆ। ਲੈਬੋਰਟਰੀ ਕੋਈ ਬੰਦਿਆਂ ਦੀ ਨਹੀਂ ਹੈਗੀ। ਇਹ ਮੈਂ ਜਿਵੇਂ ਕਿ ਸ਼ੁਰੂ ਕੀਤਾ ਸੀਗਾ, ਦੱਸਿਆ ਸੀ ਕਿ ਅੱਜ ਅਸੀਂ ਫਾਰਮਿੰਗ ਬਾਰੇ ਤੁਹਾਨੂੰ ਜਿਹੜੀ ਆ ਉਹਦੀ ਲੈਬ, ਉਹਦੇ ਤਜਰਬੇ, ਉਹਦੇ ਕਿੱਥੋਂ ਤੁਹਾਡੇ ਸਾਰੇ ਇਹ ਬੀ ਸੀਡਸ ਜਾਂ ਉਹਦੀ ਪਲਾਂਟਸ ਜਿਹੜੇ ਆ ਉਹ ਕਿਵੇਂ ਤਿਆਰ ਕਰਦੇ ਆ, ਬਿਗਨਿੰਗ ਕਿੱਥੋਂ ਹੁੰਦੀ ਆ, ਉਸ ਬਾਰੇ ਜਿਹੜੀ ਆ ਉਹ ਅੱਜ ਦੱਸਾਂਗੇ। ਕਿਉਂਕਿ ਇੱਕ ਕੈਲੀਫੋਰਨੀਆ ਅਜਿਹਾ ਸਟੇਟ ਹੈਗਾ ਆ, ਅਜਿਹਾ ਸੂਬਾ ਹੈਗਾ ਜਿੱਥੇ ਬਹੁਤ ਸਾਰੀ ਕਿਸਾਨੀ ਜਿਹੜੀ ਹੁੰਦੀ ਆ, ਬਹੁਤ ਸਾਰੇ ਬਾਗ ਆ, ਵੱਖ-ਵੱਖ ਤਰ੍ਹਾਂ ਦੇ ਬਾਗ ਆ। ਉਸ ਬਾਰੇ ਅੱਜ ਡਾਕਟਰ ਸਾਹਿਬ ਕੋਲੋਂ ਜਾਣਕਾਰੀ ਅਸੀਂ ਲੈਣ ਜਾ ਰਹੇ ਹਾਂ। ਡਾਕਟਰ ਸਾਹਿਬ, ਕੀ ਤਿਆਰ ਕਰਦੇ ਹੋ ਅੰਦਰ? ਇੱਥੇ ਇਸ ਫੈਸਿਲਿਟੀ ਤੇ ਸਮਝੋ ਇਸ ਕੈਂਪਸ ਦੇ ਉੱਤੇ ਦੋ ਬਿਲਡਿੰਗਸ ਆ ਜੀ। ਇੱਕ ਇਸ ਸਾਈਡ ਤੇ ਬਿਲਡਿੰਗ ਆ, ਦਿਸ ਇਜ਼ ਅ ਡਾਇਗਨੋਸਟਿਕ ਸਰਵਿਸ ਜੀ। ਇਹਦੇ ਤੇ ਪਲਾਂਟ ਪੈਥੋਲੋਜੀ, ਡਿਜ਼ੀਜ਼ਸ ਆਫ ਪਲਾਂਟਸ ਐਂਡ ਜੈਨੇਟਿਕਸ ਆਫ ਪਲਾਂਟਸ ਟੈਸਟ ਕੀਤੀ ਜਾਂਦੀ ਆ। ਜਿਵੇਂ ਫਾਰ ਐਗਜ਼ਾਮਪਲ ਵੀ ਸਾਡਾ ਕਸਟਮਰ ਸਾਨੂੰ ਪੱਤਾ ਦੇ ਦੇਵੇ ਤਾਂ ਅਸੀਂ ਦੱਸਾਂਗੇ ਵੀ ਕਿਹੜੀ ਵੈਰਾਈਟੀ ਹੈ। ਅੱਛਾ ਜੀ। ਸੋ ਦੈਟ ਵਾਜ਼ ਵੀ ਓਰੀਜਨਲੀ ਬਿਗਿਨਿੰਗ in 1992. Okay. That garage lab was started in my garage in Okay. Roseville, and finally it grew and accepted by the industry, and we do a lot of seed testing. ਤੁਸੀਂ ਦੱਸਿਆ ਕਿ ਗਰਾਜ ਤੋਂ ਸ਼ੁਰੂ ਹੋ ਕੇ ਤੁਸੀਂ ਜਿਹੜਾ ਆਪਣਾ ਇਹ ਬਿਜ਼ਨਸ ਸ਼ੁਰੂ ਕੀਤਾ ਸੀ, ਲੈਬੋਰਟਰੀ ਸ਼ੁਰੂ ਕੀਤੀ ਸੀ। ਗਰਾਜ 'ਚ ਦੋ ਕਾਰਾਂ ਖੜ੍ਹਦੀਆਂ। ਅੱਜ ਤੁਹਾਡੇ ਕੋਲ ਇੰਨੇ ਇੰਪਲਾਈ ਜਿਹੜੇ ਆ ਉਹ ਕੰਮ ਕਰ ਰਹੇ ਆ, ਤੇ ਮੇਰੇ ਖਿਆਲ ਮੈਂ ਹੁਣ ਦੇਖਦਾ ਆਇਆ, ਮੇਰੇ ਰਸਤੇ ਜੀ ਮੈਨੂੰ ਅੰਦਰ ਆਉਣ ਲੱਗਿਆ ਹੀ, ਅੰਦਰ ਆਉਂਦੇ ਹੀ ਤੁਹਾਡੇ ਤੱਕ ਪਹੁੰਚਣ ਨੂੰ ਬੜਾ ਟਾਈਮ ਲੱਗ ਗਿਆ। ਮੇਰੇ ਖਿਆਲ 400-500 ਕਾਰ ਜਿਹੜੀ ਆ ਤੁਹਾਡੇ ਇੰਪਲਾਈਜ਼ ਦੀ ਖੜੀ ਆ। ਥੈਂਕ ਯੂ। ਪਰ ਗਰਾਜ ਦੀ ਗੱਲ ਮੈਂ ਕਰਨ ਲੱਗਾ, ਗਰਾਜ ਜਿਹੜੀ ਆ ਉਹ ਸਾਡੀਆਂ 3 ਕਾਰ ਗਰਾਜ ਸੀ ਜੀ ਜੀ। ਤੇ ਮੇਰੀ ਵਾਈਫ ਵਾਜ਼ ਸੋ very nice, she gave me third part of the garage. She said, okay, you can fool around here. Okay. And my wife is very instrumental because that was beginning, and she even gave me a closet in the house that you can do some things here, and she participated along with me. I'm so thankful to Pinky Randhawa, my wife. ਜੀ ਜੀ। And hopefully maybe down in the show we'll be able to meet her. Sure. ਤੁਸੀਂ ਜਦੋਂ ਇਹ ਕੰਮ ਸ਼ੁਰੂ ਕੀਤਾ ਸੀ, ਕੋਈ ਨਾਲ ਹੋਰ ਵੀ ਕੋਈ ਜੌਬ ਵੀ ਕਰਦੇ ਸੀ ਕਿ ਜਸਟ ਮੈਨੂੰ ਫੁੱਲ ਟਾਈਮ ਮੈਨੂੰ ਸਮਝ ਕੇ ਸ਼ੁਰੂ ਕਰ ਦਿੱਤਾ ਸੀ? ਬੜਾ ਵੱਡਾ ਰਿਸਕ ਸੀ ਇੱਕ ਤਰ੍ਹਾਂ ਦਾ। Yes, it's full time is very risky because you don't find clients overnight. It's a very slow development. So I was working with the California Department of Food and Agriculture. जी जी. And that was as a consultant. जी जी. And my office was at home. So I have some free times. So in the free time I start thinking, well, why not I go to some seed companies and offer this service. And seed companies had a need, and they actually said, yeah, go ahead and we buy you some supplies. जी. So I still remember they bought me a little old balance, ਜਿੱਥੇ ਇੱਕ ਬੰਨੇ ਵੇਟ ਪਾਈ ਦੇ, ਦੂਜੇ ਬੰਨੇ ਕੈਮੀਕਲ ਪਾਈ ਦਾ, ਵੀ ਕਿਹੜਾ ਸ਼ਾਬਾ ਥੱਲੇ ਹੋ ਗਿਆ ਜੀ। ਸੋ ਆਈ ਸਟਿਲ ਰਿਮੈਂਬਰ। ਉਹ ਤੋਂ ਬਾਅਦ 'ਚ ਨਾ ਜਦੋਂ ਇਲੈਕਟ੍ਰੋਨਿਕ ਬੈਲੈਂਸ ਮਿਲ ਗਈ, that was I was so happy that day. ਤੇ ਕਿੰਨਾ ਕੁ ਟਾਈਮ ਲੱਗਿਆ ਸੀ ਐਸਟੈਬਲਿਸ਼ ਕਰਨ ਨੂੰ ਇਸ ਬਿਜ਼ਨਸ? ਤੁਸੀਂ ਗਰਾਜ 'ਚ ਕਦੋਂ ਬਾਹਰ ਨਿਕਲੇ? ਗਰਾਜ 'ਚੋਂ 2 ਸਾਲ ਦੇ ਵਿੱਚ ਇਹ ਬਾਹਰ ਨਿਕਲ ਗਏ। Then we had a couple miles down from this road. We had a modular building and some greenhouses, and so continued, and then in 2012 then we moved up here. Okay. ਪਹਿਲਾਂ ਕਿਤੇ ਹੋਰ ਜਗ੍ਹਾ ਤੇ ਸੀਗੇ? ਪਹਿਲਾਂ ਕਿਸੇ ਹੋਰ ਜਗ੍ਹਾ ਤੇ ਸੀ। ਉੱਥੋਂ ਫਿਰ ਮਤਲਬ ਜ਼ਿਆਦਾ ਐਸਟੈਬਲਿਸ਼ ਹੋ ਗਿਆ, ਕਹਿ ਸਕਦੇ ਵੀ ਪ੍ਰਫੁੱਲਤ ਹੋ ਗਿਆ ਜਿਹਨੂੰ ਪੰਜਾਬੀ ਕਹਿੰਦੇ ਆਪਾਂ ਕੰਮ। ਹਾਂਜੀ। ਉਸ ਤੋਂ ਬਾਅਦ ਤੁਸੀਂ ਵੱਡੇ ਲੈਵਲ ਤੇ ਜਿਹੜਾ ਉਹ ਇੱਥੇ ਸ਼ੁਰੂ ਕਰ ਦਿੱਤਾ? ਹਾਂਜੀ।
ਤੇ ਕਿੰਨੇ ਕੁ EMPLOYE ਤੁਹਾਡੇ ਇਸ ਵੇਲੇ ਹੈਗੇ ਆ? ਹੁਣ ਉਸ ਲੈਬ ਦੇ ਵਿੱਚ 50 EMPLOYE ਜੀ ਜੀ ਤੇ ਜਿਹੜਾ ਦੂਜਾ ਨਰਸਰੀ ਬਿਜ਼ਨਸ ਆ, ਦਿਸ ਇਜ਼ ਆਲਸੋ ਨੋਨ ਐਜ਼ ਟਿਸ਼ੂ ਕਲਚਰ ਲੈਬੋਰੇਟਰੀ, ਜੀ, ਜੀ। this building that we are looking at. So that was started in 2009. So that's the 11th year now. ਓਕੇ And we moved here in 2016. So now we have 120 employees here. ਵਾਹ ਜੀ, you know. ਬਹੁਤ ਵਧੀਆ ਤੁਸੀਂ ਇੱਕ ਬਿਜ਼ਨਸ ਜਿਹੜਾ ਐਸਟੈਬਲਿਸ਼ ਕਰ ਲਿਆ। ਤੇ ਕੀ ਆਪਾਂ ਅੰਦਰ ਜਾ ਕੇ ਦੇਖ ਸਕਦੇ ਹਾਂ ਸਾਰੀ ਹੁਣ? Yes, I have actually made a tour guide ਵਾਹ that certain places that will be interesting to see. ਜੀ This is something, first segment is how do we make artificial food for the plants. ਜੀ ਜੀ So that's we have to make on large scale. I'll show you that. And then how clean operations are done and the plants are multiplied. ਜੀ ਜੀ This is a system where you can multiply plants very rapidly. From a couple of plants, we can make 1 million plants in 6 months. So it's a 1 ਮਿਲੀਅਨ 1 million 10 plants. ਲੱਖ ਪਲਾਂਟਸ ਤੁਸੀਂ ਮਤਲਬ ਤਿਆਰ ਕਰ ਸਕਦੇ ਐਟ ਅ ਟਾਈਮ? Starting with 10 plants, we will be in 6 months. We can make that many plants. ਵਾਹ ਜੀ ਵਾਹ So this laboratory has 10 million plants per year capacity. ਜੀ 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 So once we go there 10 and ਮਿਲੀਅਨ ਜਿਹੜੀ ਇੱਥੇ ਕਪੈਸਿਟੀ 1 ਕਰੋੜ ਪਲਾਂਟਸ ਤੁਸੀਂ ਕਹਿ ਸਕਦੇ ਹੋ। ਜੇ yes, 10 ਮਿਲੀਅਨ ਕਰੋੜਾਂ 'ਚ ਮੈਨੂੰ ਭੁਲੇਖਾ ਪੈ ਜਾਂਦਾ ਪਰ ਤੇ ਮੈਂ ਤਾਂ ਚਾਹੁੰਦਾ ਕਿ ਇੱਕ ਤੇ ਆਪਾਂ ਸਾਰੀ ਜਿਹੜੀ ਆਪਣੀ ਹੈਗੀ ਆ ਇੰਟਰਵਿਊ ਹਾਂਜੀ। ਉਹਨੂੰ ਪੰਜਾਬੀ 'ਚ ਹੀ ਕਰੀਏ, ਕਿਉਂਕਿ ਸਾਡੀ ਜਿਹੜੀ ਬਹੁਤ ਹੀ ਜਿਹੜੀ ਆਡੀਅנס ਆ ਪੰਜਾਬੀ ਆ, ਨਹੀਂ, ਉਹ- ਪੰਜਾਬ ਨਾਲ ਰਿਲੇਟਡ। ਹਾਂ, ਆਉਂਦਾ ਪਰ ਉਹ ਮੁੜ ਕੇ ਨਾ ਚੱਲ ਪੈਂਦੀ। ਪੰਜਵੀਂ ਵਾਲਾ ਹਿਸਾਬ ਕਾਈ ਦਾ ਹੀ ਸੈਂਕੜਾ ਹਜ਼ਾਰ ਉਧਰੋਂ ਗਿਣਨਾ ਪੈਂਦਾ। ਇੱਥੇ ਹੁਣ ਮਿਲੀਅਨ ਦੇ ਵਿੱਚ ਐਂਡ ਥਾਊਜ਼ੈਂਡਸ ਆਫ ਜੀ 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 ਬਹੁਤ ਅੱਛੇ। Yes. ਤੇ ਆਓ ਫਿਰ ਅੰਦਰ ਚੱਲਦੇ ਹਾਂ, ਬਾਕੀ ਗੱਲਾਂ ਬਾਤਾਂ ਅੰਦਰ ਕਰਦੇ ਹਾਂ ਜੀ। ਯੈਸ, ਇਹ ਜਿਹੜੀ ਫੈਸਿਲਿਟੀ ਬਣਾਈ ਆ ਇਹਨੂੰ ਅੰਗਰੇਜ਼ੀ ਤੇ ਟਿਸ਼ੂ ਕਲਚਰ ਕਹਿੰਦੇ ਆ, ਪਰ ਇਹਦੇ ਵਿੱਚ ਆ ਵੀ ਬੂਟਿਆਂ ਤੋਂ ਨਾ ਥੋੜੇ ਬੂਟਿਆਂ ਤੋਂ ਹਜ਼ਾਰਾਂ ਲੱਖਾਂ ਮਿਲੀਅਨ ਬੂਟੇ ਬਣ ਜਾਂਦੇ ਆ ਛੇਤੀ। ਸੋ ਇਹਦੇ 'ਚ ਆ ਵੀ ਜਿਹੜਾ ਬਿਲਡਿੰਗ ਦਾ ਡਿਜ਼ਾਈਨ ਆ ਇਹ ਬੜਾ ਸਪੈਸ਼ਲ ਹੋਣਾ ਚਾਹੀਦਾ। ਇਹ ਬਣਾਇਆ ਇੱਧਰ ਵੀ 2 ਦਰਵਾਜ਼ੇ ਲਾਏ ਆ, ਉੱਧਰ ਵੀ 2 ਦਰਵਾਜ਼ੇ ਲਾਏ ਹੈ ਵੀ ਜਿਹੜੇ ਜਦੋਂ ਵਰਕਰਸ ਨੇ ਆਉਣਾ ਵਾ ਪਾਰਕਿੰਗ ਲਾਟ 'ਚੋਂ ਵੀ ਉਹ ਦਰਵਾਜ਼ੇ ਨਾ ਖੁੱਲ੍ਹਣ, ਹਨੇਰੀ ਨਾ ਆਵੇ ਤੇ ਨਾਲ ਉਹਨਾਂ ਦੇ ਜੁਰਮ ਨਾ ਆਉਣ। ਸੋ ਇਹ ਮੇਰੇ ਨਾਲ ਹੁਣ ਸਿਮਰਨ, ਮਾਈ ਸਨ, ਯੰਗਰ ਸਨ, ਐਂਡ ਹੀ ਸਟਾਰਟਡ ਐਜ਼ ਹਿਸ ਬੈਕਗਰਾਊਂਡ ਆਪਣਾ ਅਟਰਨੀ ਦੀ ਨੇ ਕੀਤੀ ਆ ਤੇ ਪਰ ਉਹਨੇ ਆਖਿਆ ਵੀ ਮੈਂ ਇੱਥੇ ਹੁਣ ਹੈਲਪ ਕਰੂੰਗਾ। ਤੇ ਸੋ ਮੇਰੇ ਤੋਂ ਅੱਗੇ ਜਦੋਂ ਮੇਰੀ ਉਮਰ ਢਲਦੀ ਜਾਣ ਡਈ ਆ ਤੇ ਨਵੀਂ ਜਨਰੇਸ਼ਨ ਆਉਣ ਡਈ ਜੀ ਤੇ ਸੋ ਇਹਦੇ 'ਚ ਮੈਂ ਤੁਹਾਨੂੰ ਦੱਸਣਾ ਸੀ ਵੀ ਇਹ ਕਲੀਨ ਕਿਉਂ ਆ ਹੈ। ਇਹਦੇ ਵਿੱਚ ਆ ਵੀ ਇੱਕ ਤੇ ਆਹ ਰੱਖੀ ਆ ਮੈਟ, ਇੱਥੋਂ ਦਰਵਾਜ਼ੇ 'ਚ ਸਾਰੇ ਬੰਦੇ ਜਾਂਦੇ ਵਰਕਰ ਜਿਹੜੇ ਆ, ਐਂਡ ਇਹ ਮਿੱਟੀ ਜਿਹੜੀ ਲੱਗੀ ਹੁੰਦੀ ਉਹਨਾਂ ਦੇ ਪੈਰਾਂ ਤੇ ਆਹ ਲਈ ਆ ਸਟਿੱਕੀ ਮੈਟ ਆਂਦੇ ਇਹਨੂੰ ਹੈ। ਇਹਦੇ ਨਾਲ ਜਿਹੜਾ ਘੱਟਾ ਮਿੱਟੀ ਲੱਗ ਜਾਂਦਾ ਤੇ ਹੁਣ ਇਹਦੇ ਤੇ 37 ਸ਼ੀਟਾਂ, ਆ ਇੱਕ ਸ਼ੀਟ ਲਾਈ ਆ 37 ਨੰਬਰ ਤੇ ਇਹ ਫਿਰ ਹੁਣ ਨਵੀਂ ਲੱਗ ਗਈ। ਇਹਦੇ ਤੇ ਫਿਰ ਜਾਵਾਂਗੇ ਤੇ ਥੋੜੀ ਮਿੱਟੀ ਲੱਗ ਜੂਗੀ। ਸੋ ਇਹਦੇ ਤੇ ਅਸੀਂ ਦਿਹਾੜੀ 'ਚ 4-5 ਵਾਰੀ ਇਹਨੂੰ ਬਦਲਦੇ ਆ। ਇਹਦੇ ਨਾਲ ਜਿਹੜਾ ਕੁਛ ਜਿਹੜਾ ਨਾ ਹੈਲਪ ਹੋ ਜਾਂਦੀ ਆ ਵੀ ਮਿੱਟੀ ਘੱਟ ਜਾਏ। ਸੋ ਇਹ ਕਮਰਾ ਆ ਜਿਹਦੇ ਵਿੱਚ ਸਾਰੇ ਵਰਕਰਸ ਨੇ ਸਵੇਰੇ ਆਉਣਾ ਆ, ਸਵੇਰੇ 8 ਵਜੇ ਜਿੰਨਾ ਵੀ ਟਾਈਮ ਆ ਉਹਨਾਂ ਵਜੇ ਆਉਣਾ। ਇਸ ਕਮਰੇ 'ਚ ਜਾ ਕੇ ਵਰਦੀਆਂ ਚੇਂਜ ਕਰਨੀਆਂ, ਹੱਥ ਧੋਣੇ ਆ, ਸੈਨੀਟਾਈਜ਼ਰ ਆ ਉਹਨੂੰ ਲਾਉਣਾ ਹੈ ਤੇ ਫਿਰ ਇਹਨਾਂ ਦੇ ਲੋਕਰ ਲੱਗੇ ਨੇ, ਇਹਨਾਂ ਆਪੋ ਆਪਣਾ ਸਮਾਨ ਇੱਥੇ ਰੱਖ ਲੈਣਾ। ਤੇ ਬਹੁਤੀਆਂ ਲੇਡੀਜ਼ ਕੰਮ ਕਰਦੀਆਂ, ਉੱਥੇ ਇੱਕ ਸ਼ੀਸ਼ਾ ਵੀ ਲਾਇਆ, ਜਿਵੇਂ ਤੁਹਾਨੂੰ ਪਤਾ ਲੇਡੀਜ਼ ਨੇ ਆਪਣਾ ਥੋੜ੍ਹਾ ਜਿਹਾ ਧਿਆਨ ਵੀ ਰੱਖਣਾ ਹੁੰਦਾ। ਫਿਰ ਹੈਗਾ ਵੀ ਜਿਹੜੇ ਇਹ ਪੈਰਾਂ ਨੂੰ ਸ਼ੂਜ਼ ਪਾਏ ਆ, ਇਹ ਸਾਡੀ ਇਹ ਪਾਲਿਸੀ ਆ ਵੀ ਇਹਨਾਂ ਪੈਰਾਂ ਦੇ ਉੱਤੇ ਬੂਟੀ ਪਵੇ ਤੇ ਬੂਟੀ ਨਾਲ ਮਿੱਟੀ ਫਿਰ ਘੱਟ ਜਾਂਦੀ ਹੈ। ਤੇ ਮੈਂ ਤੁਹਾਨੂੰ ਬੂਟੀ ਦਿਖਾ ਦਿੰਦਾ। ਡਿਸਪੋਜ਼ੇਬਲ ਬੂਟੀਆਂ ਹੁੰਦੀਆਂ ਤੇ ਇਹ ਸਾਰੇ ਸਾਈਜ਼ਾਂ ਦੇ ਪੈ ਜਾਂਦੀਆਂ। ਸੋ ਇਸ ਤਰ੍ਹਾਂ ਇਹ ਦੋਵਾਂ ਪੈਰਾਂ ਦੇ ਬੂਟੀਆਂ ਪਾ ਕੇ ਤੇ ਫਿਰ ਅਸੀਂ ਇਸ ਦਰਵਾਜ਼ੇ ਥਾਣੀ ਅੰਦਰ ਜਾਂਦੇ ਹਾਂ।
ਇਹ ਕਮਰਾ ਜਿਹੜਾ ਇਹਨੂੰ ਲੈਮੀਨਰ ਫਲੋ ਹੁੱਡ ਰੂਮ ਕਹਿੰਦੇ। ਇਹਦੇ ਵਿੱਚ ਕੀ ਆ ਵੀ ਜਿਹੜੀਆਂ ਛੋਟੀਆਂ ਕਟਿੰਗਸ ਆ ਉਹਨਾਂ ਨੂੰ ਕੱਟ ਕੇ ਮਲਟੀਪਲਾਈ ਕਰਕੇ ਤੇ ਨਵੇਂ ਕੰਟੇਨਰਾਂ ਦੇ ਉੱਤੇ ਰੱਖ ਦਈਦਾ। ਮੈਂ ਤੁਹਾਨੂੰ ਵਿਖਾਦਾ ਆ ਦਿਸ ਇਜ਼ ਇਹ ਬਦਾਮ ਆ, ਇਹ ਬਦਾਮਾਂ ਦੀ ਵੈਰਾਈਟੀ ਆ ਰੂਟ ਸਟਾਕ। ਤੇ ਇਹਦੇ ਵਿੱਚ ਇਹ 10 ਬੂਟੇ ਲਾਏ ਸੀ ਤੇ ਹੁਣ ਇਹਦੇ ਵਿੱਚ 50 ਬੂਟੇ ਆ। ਇਹ ਜਿਹੜੇ 50 ਆ ਇਸ ਤਰ੍ਹਾਂ ਫੇਰ ਦੂਜਿਆਂ 'ਚ ਲਾ ਦੇਣੇ ਚੁੱਕ ਕੇ, ਉਹਨਾਂ ਤੋਂ ਫੇਰ 50 ਬਣ ਜਾਣੇ। ਇਸ ਤਰ੍ਹਾਂ ਜਿਹੜਾ ਵੀ 6 ਮਹੀਨਿਆਂ ਦੇ ਵਿੱਚ ਮਿਲੀਅਨ ਬੂਟੇ 10 ਬੂਟਿਆਂ ਤੋਂ ਮਿਲੀਅਨ ਬੂਟੇ ਬਣ ਜਾਂਦੇ ਆ। ਸੋ ਇਹ ਹੈ ਇਹਦੀ ਪਾਵਰ, ਟਿਸ਼ੂ ਕਲਚਰ ਦੀ ਪਾਵਰ। ਇਹਨੂੰ ਮਾਈਕਰੋ ਪ੍ਰੋਪੇਗੇਸ਼ਨ ਵੀ ਆਂਦੇ ਆ, ਇਹਨੂੰ ਬਾਇਓ ਟੈਕਨੋਲੋਜੀ ਵੀ ਆਂਦੇ ਆ ਹੈ। ਸੋ ਇਹ ਸਾਰਾ ਕੰਮ ਜਿਹੜਾ ਸਟਰਾਈਲ এনवायरमेंट 'ਚ ਹੁੰਦਾ। ਜੇ ਉੱਪਰ ਵੇਖੀਏ ਤੇ ਔਰ ਸਾਡੀ ਡਕਟਿੰਗ ਇਹ ਜਿਹੜੀ ਨਾ ਇਹ ਬੈਕਟੀਰੀਆ ਫ੍ਰੀ 에ਅਰ ਜਿਹੜੀ ਆਉਂਦੀ ਹੈ, ਬਾਹਰੋਂ ਬੈਕਟੀਰੀਆ ਨਹੀਂ ਆ ਸਕਦਾ। ਉੱਤੇ ਹੈਪਾ ਫਿਲਟਰ ਲੱਗੇ ਨੇ। ਫਿਰ ਹਵਾ ਜਿਹੜੀ ਆ ਬੜੀ ਸਲੋਲੀ ਆਉਂਦੀ ਆ, ਬੜੀ ਜੈਂਟਲੀ। ਤੇ ਫਿਰ ਜਿਹੜੀਆਂ ਇੱਧਰ ਲੈਮੀਨਰ ਫਲੋ ਹੁੱਡਸ ਆ ਇਹਨਾਂ 'ਚੋਂ ਵੀ ਸਟਰਾਈਲ 에ਅਰ ਵੱਜਦੀ। ਸੋ ਸਾਰੇ ਜਿਹੜੇ ਵਰਕਰ ਆ ਉਹਨਾਂ ਦੇ ਹੈਂਡਸ ਸਾਰੇ ਉਹ ਸਟਰਾਈਲ এনवायरमेंट ਵਿੱਚ ਆ। ਸੋ ਜਿਹੜੀ ਇਨਫੈਕਸ਼ਨ ਆ ਉਹਦੇ ਵਿੱਚ ਨਹੀਂ ਜਾ ਸਕਦੀ ਜਿੰਨਾ ਚਿਰ ਉਹ ਕੰਮ ਕਰਦੇ ਨੇ। ਸੋ ਇਹ ਰੂਮ ਆ, ਇਹਨੂੰ ਕਹਿੰਦੇ ਨੇ ਗਰੋਥ ਰੂਮ। ਸੋ ਇਹਦੇ ਵਿੱਚ ਕੀ ਆ, ਲਾਈਟਾਂ ਲੱਗੀਆਂ ਜਿਹੜੀਆਂ ਨਾ 12 ਘੰਟੇ ਇਹ ਲਾਈਟਾਂ ਚੱਲਦੀਆਂ। ਤੇ ਜਿਹੜੇ ਬੂਟੇ ਆ ਉਹ ਇਹੋ ਜਿਹੇ ਇਹਦੇ ਵਿੱਚ ਹੋਏ ਨੇ ਹੈ। ਤੇ ਇਹਦੇ ਵਿੱਚ ਉਹਨਾਂ ਨੂੰ ਲਾਈਟ ਮਿਲਦੀ ਆ, ਖੁਰਾਕ ਮਿਲਦੀ ਆ ਥੱਲਿਓਂ। ਤੇ ਇਹ 3 ਹਫ਼ਤਿਆਂ ਦੇ ਵਿੱਚ ਇਹ ਭਰ ਜਾਂਦਾ ਕੰਟੇਨਰ। 3 ਹਫ਼ਤਿਆਂ ਬਾਅਦ ਫਿਰ ਇਹਨੂੰ ਜਾਂ ਦੇ ਰੂਟਿੰਗ ਵਾਸਤੇ ਚਲ ਜਾਂਦੇ ਆ ਜਾਂ ਵਾਪਸ ਚਲ ਜਾਂਦੇ ਨੇ ਵੀ ਇਹਨਾਂ ਨੂੰ ਫਿਰ ਕੱਟ ਕਰਕੇ ਤੇ ਫਿਰ ਮਲਟੀਪਲਾਈ ਕਰੋ। ਸੋ ਇਸ ਰੂਮ 'ਚ ਆ ਵੀ ਮਲਟੀਪਲ ਲੇਅਰਸ ਰੱਖੀਆਂ, ਲਾਈਟਾਂ ਲੱਗੀਆਂ ਜਿਹੜੀਆਂ ਮਲਟੀਪਲ ਲੇਅਰਸ ਆ। ਇਹਦੇ ਨਾਲ ਆ ਵੀ ਇਹਦੀ ਕਪੈਸਿਟੀ ਵੱਧ ਜਾਂਦੀ। ਇਹ 'ਚ ਕਾਫੀ ਪੱਤੇ ਬੂਟੇ ਰੱਖੇ ਜਾ ਸਕਦੇ। ਮੋਸਟਲੀ ਜਿਹੜੀ ਆ ਇਹਦੇ ਵਿੱਚ ਜਿਹੜੀ ਹਵਾ ਆਉਂਦੀ ਆ ਉਹ ਵੀ ਫਿਲਟਰਡ ਆ। ਉੱਤੇ AC ਲੱਗਾ, AC ਦੇ ਵਿੱਚੋਂ ਹਵਾ ਜਿਹੜੀ ਆ ਉੱਪਰੋਂ ਥੱਲੇ ਨੂੰ ਆਉਂਦੀ ਆ ਤੇ ਥੱਲਿਓਂ ਚੁੱਕੀ ਜਾਂਦੀ ਆ। ਇਹ ਜਿਵੇਂ ਘਰਾਂ 'ਚ ਹੁੰਦਾ ਉਹ ਨਹੀਂ, ਘਰਾਂ 'ਚ ਹੁੰਦਾ ਵੀ ਉੱਤੋਂ ਹੀ ਹਵਾ ਡਿੱਗਦੀ ਆ, ਉੱਤੋਂ ਛੱਤੋਂ ਤੇ ਉੱਤੇ ਮੁੜ ਕੇ ਚੁੱਕੀ ਜਾਂਦੀ। ਤੇ ਜਨਰਲੀ ਕੀ ਹੁੰਦਾ ਵੀ ਘਰ ਦੀ ਉਤਲੀ ਛੱਤ ਜਿਹੜੀ ਜ਼ਿਆਦਾ ਗਰਮ ਹੁੰਦੀ। ਪਰ ਇਹਦੇ ਵਿੱਚ ਜਿਹੜਾ ਨਾ ਟੈਂਪਰੇਚਰ ਜ਼ਮੀਨ ਦੇ ਲੈਵਲ ਤੇ ਵੀ ਤੇ ਉੱਪਰ ਵੀ ਹਰ ਇੱਕ ਥਾਂ ਤੇ ਸੇਮ ਆ। ਸੋ ਗਰੋਥ ਰੂਮ ਜਿਹੜੇ ਨਾ ਉਹ ਬਹੁਤ ਐਕੂਰੇਟ ਹੋਣੇ ਚਾਹੀਦੇ, ਇਸ ਤਰ੍ਹਾਂ ਉਹਨਾਂ ਦਾ ਤਾਂ ਹੀ ਪਰਫਾਰਮੈਂਸ ਹੁੰਦੀ ਆ। ਤੇ ਇਸ ਕਮਰੇ ਦੇ ਵਿੱਚ ਆ ਜਿਹੜਾ ਨਾ ਅਸੀਂ ਬਣਾਉਂਦੇ ਆ ਫੂਡ, ਖੁਰਾਕ ਜਿਹਦੇ ਤੇ ਬੂਟੇ ਉੱਗ ਸਕਦੇ ਆ। ਇਹ ਜਿਹੜਾ ਬਦਾਮਾਂ ਦੀ ਖੁਰਾਕ ਆ ਥੋੜ੍ਹੀ ਜਿਹੀ ਹੋਰ ਤਰ੍ਹਾਂ ਦੀ ਆ, ਅਖਰੋਟਾਂ ਦੀ ਹੋਰ ਤਰੀਕੇ ਦੀ ਆ। ਸੋ ਹਰ ਇੱਕ ਤਰ੍ਹਾਂ ਦਾ ਨਾ ਕਰੌਪ ਦੇ ਹਿਸਾਬ ਦੇ ਨਾਲ ਬਣਾਉਣੀ ਪੈਂਦੀ ਆ। ਸੋ ਇਹਦੇ ਵਿੱਚ ਆ ਇੱਥੇ ਪਿਛਲੇ ਬੰਨੇ ਉਹ ਜਿਹੜਾ ਘੋਲ ਬਣ ਡਿਆ ਜਿਹਦੇ ਵਿੱਚ ਜਿਹੜੀਆਂ ਕਈ ਜਿਹੜੇ ਇਨਗਰੀਡੀਐਂਟ ਪਾਏ ਆ ਵੀ ਜਿਵੇਂ ਤੁਸੀਂ ਆਪਣੀ ਕਿਚਨ 'ਚ ਸਬਜ਼ੀ ਬਣਾਉਣੀ ਹੋਵੇ, ਥੋੜ੍ਹਾ ਜਿਹਾ ਮਿਰਚ, ਥੋੜ੍ਹਾ ਜਿਹਾ ਮਸਾਲਾ, ਥੋੜ੍ਹਾ ਜਿਹਾ ਜੀਰਾ ਅਤੇ ਇਸ ਤਰ੍ਹਾਂ ਕਰਕੇ ਉਹ ਅਸੀਂ ਉਹ ਚੀਜ਼ਾਂ ਤਾਂ ਨਹੀਂ ਪਾਉਂਦੇ, ਪਰ ਉਹੋ ਜਿਹੀਆਂ ਉਹਦੇ ਨਾਲ ਜਿਹੜਾ ਬੂਟੇ ਦੀ ਖੁਰਾਕ ਬਣਨ ਵਾਲਾ ਵਧੀਆ ਰੈਸਪੀ ਆ ਉਹ ਇਹਦੇ 'ਚ ਘੋਲ ਤਿਆਰ ਹੁੰਦਾ। ਫਿਰ ਉਹ ਦੂਜੇ ਕਮਰੇ 'ਚ ਜਾ ਕੇ ਉਹ ਸਟਰੀਲਾਈਜ਼ ਹੋ ਕੇ ਫਿਰ ਉਹਨਾਂ ਨੂੰ ਡੱਬਿਆਂ 'ਚ ਪਾਉਂਦੇ ਆ ਤੇ ਤਾਂ ਕਿ ਉਹਦੇ 'ਤੇ ਬੂਟੇ ਗਰੋ ਕਰ ਸਕੀਏ। ਸੋ ਇਹ ਸਾਰਾ ਇਹ ਮਸ਼ੀਨ ਜਿਹੜੀ ਹੈ ਨਾ ਆਟੋਕਲੇਵ ਜਾਂ ਸਟਰੀਲਾਈਜ਼ ਹੋ ਕੇ ਇਹ ਬਹੁਤ ਵਧੀਆ ਸਟਰੀਲਾਈਜ਼ਰ ਆ। ਇਹ ਸਪੈਸ਼ਲ ਲਿਆ ਇਸ ਕੰਮ ਵਾਸਤੇ। ਉਹਦੇ ਨਾਲ ਫਿਰ ਇਹ ਨਾਲੀਆਂ ਥਾਣੀ ਜਾ ਕੇ ਤੇ ਉਹ ਡੱਬਿਆਂ ਦੇ ਵਿੱਚ ਭਰੀ ਜਾਂਦੇ। ਸੋ ਇਹ ਖੁਰਾਕ ਜਿਹੜੀ ਆ ਇਹਦੇ ਵਿੱਚ ਥੋੜ੍ਹੀ ਜੈਲ ਪਾਈ ਹੁੰਦੀ ਆ ਵੀ ਸੋਲਿਡ ਬਣ ਜੇ ਤੇ ਫਿਰ ਉਹਦੇ 'ਤੇ ਬੂਟੇ ਜਿਹੜੇ ਆ ਗਰੋ ਹੋ ਸਕਦੇ ਆ। ਸੋ ਇਹਦੇ ਨਾਲ ਦੇ ਅਸੀਂ ਦੋ ਯੂਨਿਟ ਆ, ਇਹ ਇੱਧਰ ਦੀ ਆ ਕੇ ਦੇਖ ਲਓ। ਇੱਕ ਯੂਨਿਟ ਉੱਧਰ ਆ ਲਾਉਂਦਾ, ਇੱਕ ਇੱਧਰ ਲੱਗਦਾ। ਤੇ ਸੋ ਇਹਦੇ ਨਾਲ ਵੈਰੀ ਹਾਈ ਵਾਲੀਅਮ ਤੇ ਅਸੀਂ 2000 ਲੀਟਰ ਮੀਡੀਆ ਇਹ ਦਿਹਾੜੀ ਦਾ ਬਣਾਉਂਦੇ ਹਾਂ। ਸੋ ਇਹਦੇ 'ਚ ਨਾ ਇੱਕ ਚੀਜ਼ ਬੜੀ ਜ਼ਰੂਰੀ ਆ ਭਈ ਸਭ ਕੁਝ ਕੁੱਕ ਬੁੱਕ ਨਹੀਂ ਗਾ
ਵੀ ਇਹ ਨਹੀਂ ਵੀ ਕਿਤਾਬ ਦੇ ਉੱਤੇ ਲਿਖਿਆ ਤੇ ਤੁਸੀਂ ਕਰ ਲਓ। ਉਹ ਸਾਨੂੰ ਨਾ ਹਰ ਇੱਕ ਦੇ ਉੱਤੇ ਰਿਸਰਚ ਕਰਨੀ ਪੈਂਦੀ ਵੀ ਜਿਹੜਾ ਬਦਾਮ ਆ ਉਹਦੀ ਰੈਸਪੀ ਕਿਹੋ ਜਿਹੀ ਹੋਣੀ ਚਾਹੀਦੀ ਹੈ। ਤੇ ਇਹਦੇ ਤੇ ਸਾਡੇ 4-5 ਸਾਇੰਟਿਸਟ ਜਿਹੜੇ ਆ ਫੁੱਲ ਟਾਈਮ ਇਹੋ ਹੀ ਕੰਮ ਕਰਦੇ ਆ। ਉਹਨਾਂ ਦਾ ਕੰਮ ਹੈ ਸਿਰਫ ਰੈਸਪੀਆਂ ਬਣਾਉਣੀਆਂ, ਮੈਥਡ ਠੀਕ ਕਰਨੇ। ਜਦੋਂ ਠੀਕ ਹੋ ਜਾਏ ਤੇ ਫਿਰ ਉਹ ਪ੍ਰੋਡਕਸ਼ਨ ਡਿਪਾਰਟਮੈਂਟ ਨੂੰ ਉੱਧਰ ਦੇ ਦਿੰਦੇ, ਜਿੱਥੇ ਫਿਰ ਉਹ ਮਿਲੀਅਨਸ ਬੂਟੇ ਬਣਦੇ। ਸੋ ਉਹ ਮੈਂ ਤੁਹਾਨੂੰ ਅੰਦਰ ਹੁਣ ਵਿਖਾਉਣਾ ਵੀ ਕਿਹੋ ਜਿਹੀ ਰਿਸਰਚ ਹੁੰਦੀ। ਸੋ ਇੱਕ ਤੇ ਰਿਸਰਚ ਦਾ ਇਹ ਹਿੱਸਾ ਵੀ ਇੱਥੇ ਛੋਟਾ ਛੋਟਾ ਕੰਮ ਹੁੰਦਾ, ਜਿਵੇਂ ਕਿ ਉੱਧਰ 2000 ਲੀਟਰ ਬਣਦਾ ਮੀਡੀਆ, ਇੱਥੇ 2-2 3-3 ਲੀਟਰ ਬਣਦਾ, ਛੋਟਾ ਛੋਟਾ ਬਣਦਾ ਤਾਂ ਕਿ ਨਾ ਉਹਨੂੰ ਕੰਪੇਅਰ ਕਰ ਸਕੀਏ। ਤੇ ਇੱਥੇ ਕ੍ਰੌਪਸ ਆ ਨਵੀਆਂ ਆ, ਜਿਵੇਂ ਗ੍ਰੇਪਸ ਆ ਜਿਹੜੇ ਆ ਪਿਕਾਨਸ, ਐਂਡ ਇੱਧਰ ਆ ਐਪਲਸ। ਤੇ ਹੋਰ ਜਿਹੜੀਆਂ ਬਾਕੀ ਦੀਆਂ ਫਸਲਾਂ, ਜਿਵੇਂ ਕਿ ਸਾਨੂੰ ਕੌਫੀ ਦਾ ਵੀ ਆਰਡਰ ਹੈਗਾ, ਕੌਫੀ ਹਵਾਈ ਨੂੰ ਜਾਣੀ 3 ਮਿਲੀਅਨ ਪਲਾਂਟਸ। ਸੋ ਇਹੋ ਜਿਹੇ ਜਿਹੜੇ ਆ ਪ੍ਰੋਜੈਕਟ ਜਿਹੜੇ ਡਿਫਰੈਂਟ ਸਾਨੂੰ ਆਉਂਦੇ ਆ। ਤੇ ਸੋ ਵੀ ਹੈਵ ਟੂ ਉਹਨਾਂ ਦੇ ਮੈਥਡ ਜਿਹੜੇ ਡਿਵੈਲਪ ਕਰਨੇ ਪੈਂਦੇ ਆ। ਹੋਰ ਇੱਕ ਸੈਗਮੈਂਟ ਆ ਵੀ ਉਹ ਫਲਾਵਰਸ। ਇੱਕ ਤੇ ਅਸੀਂ ਫਰੂਟ ਟਰੀ ਕਰਦੇ ਆ, ਜਿਵੇਂ ਬਦਾਮ ਹੋਏ, ਵਾਲਨਟ। ਇੱਕ ਜਿਹੜਾ ਨਾ ਫਲਾਵਰਾਂ ਦੀਆਂ ਵੈਰਾਈਟੀਆਂ ਦੇ ਵਿੱਚ ਕਰਜ਼ੈਂਥੀਮਮ ਬਿਗ ਗੁਲਦਾਉਦੀ ਪਲਾਂਟ, ਜਿਹੜਾ ਕਿ ਮਦਰਸ ਡੇ ਦੇ ਉੱਤੇ ਲੋਕੀ ਆਪਣੀ ਮਦਰਸ ਨੂੰ ਦਿੰਦੇ, ਗਿਫਟ ਦਿੰਦੇ ਫਲਾਵਰ। ਸੋ ਉਸ ਫਲਾਵਰ ਦਾ ਅਸੀਂ ਕੰਮ ਕਰਦੇ ਹਾਂ। ਤੇ ਹੋਰ ਫਲਾਵਰ ਜਿਹੜੇ ਆ ਕਈ ਵਾਰੀ ਉਹਨਾਂ ਦੇ ਫੁੱਲ ਵੀ ਨਿਕਲ ਆਉਂਦੇ ਆ ਵਿੱਚੇ। ਸੋ ਇਹੋ ਜਿਹੇ ਫੁੱਲ ਅਸੀਂ ਚਾਹੁੰਦੇ ਨਹੀਂ ਇੱਥੇ, ਪਰ ਕਈ ਵਾਰੀ ਫੁੱਲ ਨਿਕਲਣ ਆਉਣ ਤੇ ਵਧੀਆ। ਸੋ ਇੱਕ ਸਾਡੀ ਪ੍ਰੋਬਲਮ ਹੈ ਵੀ ਵੈਰਾਈਟੀਆਂ ਸਾਡੇ ਕੋਲ ਬਹੁਤ ਜ਼ਿਆਦੀਆਂ ਹੁੰਦੀਆਂ, ਤੇ ਉਹਨਾਂ ਨੂੰ ਅਸੀਂ ਕਿਵੇਂ ਹੈਂਡਲ ਕਰੀਏ। ਉਹਨਾਂ ਨੂੰ ਚਾਹੀਦਾ ਵੀ ਲੌਂਗ ਟਰਮ ਸਟੋਰੇਜ ਜਿਹੜੀ ਆ ਵੀ ਉਹਨਾਂ ਦਾ ਮੈਥਡ ਕੱਢਿਆ। ਜਿਵੇਂ ਕਿ ਇਹਦੇ ਵਿੱਚ ਫੁੱਲਾਂ ਦੀਆਂ ਵੈਰਾਈਟੀਆਂ 1000 ਵੈਰਾਈਟੀ ਆ ਸਾਡੇ ਕੋਲ, 1000 ਵੈਰਾਈਟੀ ਆ। 1000 ਦਾ ਹਿਸਾਬ ਕਿਤਾਬ ਰੱਖਣਾ ਬੜਾ ਮੁਸ਼ਕਿਲ। ਉਹ ਫਿਰ ਉਹਨਾਂ ਨੂੰ ਫਰਿੱਜ 'ਚ ਰੱਖਿਆ, ਤੇ ਫਰਿੱਜ 'ਚ ਉਹਨਾਂ ਨੂੰ ਸਾਲ ਬਾਅਦ ਇੱਕ ਟਿਊਬ 'ਚੋਂ ਕੱਢ ਕੇ ਫਿਰ ਨਵੀਂ 'ਚ ਪਾ ਦਈਦਾ, ਫਿਰ ਇੱਥੇ ਰੱਖ ਦਈਦੇ ਆ, ਤੇ ਉਹ 1 ਸਾਲ ਵਾਸਤੇ ਫਿਰ ਜੀਂਦੇ ਰਹਿੰਦੇ ਆ। ਸੋ ਮੈਂ ਤੁਹਾਨੂੰ ਫਰਿੱਜ ਖੋਲ੍ਹ ਕੇ ਵਿਖਾਲਦਾ, ਤੇ ਉਹਦੇ ਵਿੱਚ ਸੋ ਆਹ ਸਾਰੀਆਂ ਟਿਊਬਾਂ ਦੇ ਵਿੱਚ ਵੈਰਾਈਟੀਆਂ ਲੱਗੀਆਂ। ਇਹਦੇ ਤੋਂ ਉਹਦਾ ਨਾਂ ਲਿਖਿਆ, ਆਹ ਵੈਰਾਈਟੀ ਆ ਫੁੱਲਾਂ ਦੀ। ਇਸ ਬੂਟੇ ਨੇ 1 ਸਾਲ ਮਜ਼ੇ ਨਾਲ ਇੱਥੇ ਠੰਡ 'ਚ ਸੁੱਤੇ ਰਹਿਣਾ, ਤੇ ਸਾਲ ਬਾਅਦ ਫਿਰ ਇਹਨੂੰ ਅਸੀਂ ਇੱਕ ਨਵੀਂ ਟਿਊਬ 'ਚ ਪਾ ਦੇਣਾ। ਇਸ ਕਮਰੇ ਦੇ ਵਿੱਚ ਹੁਣ ਅੰਦਰੋਂ ਜਿਹੜੀਆਂ ਸ਼ੂਟਸ ਜਿਹੜੀਆਂ ਕੀਤੀਆਂ ਸੀ, ਹੁਣ ਉਹਨਾਂ ਨੂੰ ਜ਼ਮੀਨ 'ਚ ਲਾਉਣਾ ਤਾਂ ਕਿ ਉਹਨਾਂ ਨੂੰ ਜੜ੍ਹਾਂ ਨਿਕਲ ਆਉਣ। ਸੋ ਉਹਦੇ ਵਿੱਚ ਇੱਕ ਸਟੈਪ ਇਹ ਆ, ਜਿਵੇਂ ਇਹ ਬਦਾਮਾਂ ਦਾ ਵੀ ਇਹਨੂੰ ਇਹਦੇ ਵਿੱਚ ਫਿਰ ਲਾਈਦਾ, ਫਿਰ ਇਹਨੂੰ ਰੂਟਿੰਗ ਹਾਰਮੋਨ ਦੇਈਦਾ। ਹੁਣ ਉਹ ਬੂਟੇ ਨੂੰ ਪਤਾ ਲੱਗ ਜਾਂਦਾ ਵੀ ਹੁਣ ਮੈਂ ਰੂਟਸ ਬਣਾਉਣੀਆਂ। ਅੰਦਰ ਜਦੋਂ ਵੇਖਿਆ ਜਿਹੜਾ ਉਹਦੇ ਵਿੱਚ ਰੂਟਸ ਨਹੀਂ ਸੀ ਬਣ ਰਿਹਾ। ਹੁਣ ਇਹਦੇ ਵਿੱਚ ਇਹ ਬਦਾਮਾਂ ਦਾ ਬੂਟਾ, ਇਹਨੂੰ ਰੂਟਸ ਨਿਕਲੀਆਂ ਹੋਈਆਂ ਪਰ ਅਜੇ ਨਜ਼ਰ ਨਹੀਂ ਆਉਂਦੀਆਂ, ਪਰ ਅੰਦਰ ਇਹਦੇ ਰੂਟਸ ਹੈਗੀਆਂ। ਪਰ ਇਹਨਾਂ ਨੇ ਜਦੋਂ ਹੁਣ ਜ਼ਮੀਨ 'ਚ ਲੱਗ ਜਾਣਾ, ਫਿਰ ਇਹਨਾਂ ਨੇ ਥੋੜ੍ਹੇ ਦਿਨਾਂ ਤੱਕ ਵਧੀਆ ਨਾਈਸ ਪਲੱਗ ਬਣ ਜਾਣਾ ਨੇ। ਸੋ ਇਹ ਸਪੈਸ਼ਲ ਪੋਟਿੰਗ ਮਿਕਸ ਹੁੰਦਾ, ਇਹਦੇ ਵਿੱਚ ਸੋਇਲ ਨਹੀਂ ਹੁੰਦੀ। ਪੀਟ ਤੇ ਪਰਲਾਈਟ ਬੜਾ ਲਾਈਟ ਵੇਟ ਹੈਗਾ, ਇਹ 'ਚ ਪਾਣੀ ਕਾਫੀ ਆ ਜਾਂਦਾ। ਸੋ ਇਹ ਪੇਪਰ ਪੋਟ ਵੀ ਅਸੀਂ ਆਪ ਇੱਥੇ ਬਣਾਉਂਦੇ ਹਾਂ, ਤੁਹਾਨੂੰ ਵਿਖਾਲਦੇ ਹਾਂ ਬਾਅਦ ਵਿੱਚ। ਪਰ ਇਹਦੇ ਵਿੱਚ ਫਿਰ ਨਿੱਕੀ ਨਿੱਕੀ ਮੋਰੀ ਕੱਢ ਕੇ ਤੇ ਉਹਦੇ ਵਿੱਚ ਉਹ ਕਲਮਾਂ ਜਿਹੜੇ ਅੰਦਰੋਂ ਬਣਾਈਆਂ ਉਹ ਕਲਮਾਂ ਲੱਗੀ ਜਾਂਦੀਆਂ। ਸੋ ਇਹ ਜਿਹੜਾ ਇਹ ਐਕਸ਼ਨ ਆ ਇੱਥੇ ਹੋਣ ਡਿਆ।
ਸੋ ਇਹ ਨਿੱਕਾ ਜਿਹਾ ਪਲਾਂਟ ਇਹ ਐਪਲ ਦਾ ਪਲਾਂਟ ਆ, ਬਹੁਤ ਨਿੱਕਾ ਜਿਹਾ, ਪਰ ਥੋੜ੍ਹੇ ਦਿਨਾਂ ਤੱਕ ਇਹਨੇ ਐਨ ਵੱਡੇ ਹੋ ਕੇ ਤੇ ਵਧੀਆ ਲੱਗਣ ਆਪਣਾ, ਫਿਰ 2-3 ਸਾਲਾਂ 'ਚ ਐਪਲ ਵੀ ਲੱਗਣੇ ਆ। ਸੋ ਇਹ ਆਟੋਮੈਟਿਕ ਇਹ ਪਾਰਟਿੰਗ ਜਿਹੜਾ ਪਾਰਟਸ ਬਣਾਉਣੇ, ਨਿੱਕੇ ਨਿੱਕੇ ਪਾਰਟ ਬਣਾਉਣੇ ਆ, ਪਾਰਟ ਐਡੇ ਵੱਡੇ ਵੀ ਬਣ ਜਾਂਦੇ ਆ। ਸੋ ਆਹ ਅਸੀਂ ਮੀਡੀਆ ਜਿਹੜਾ ਨਾ ਸੋਇਲ ਨਹੀਂ, ਇਹ ਪੀਟ ਪੋਟਿੰਗ ਮਿਕਸ, ਇਹ ਵੱਡੇ ਮੰਗਾ ਲਈਦੇ ਬਾਹਰ, ਉਹਨਾਂ ਨੂੰ ਆਪਣਾ ਫਾਰਮੂਲਾ ਦੱਸ ਦਈਦਾ ਵੀ ਇਹ ਬਣਾ ਕੇ ਸਾਨੂੰ ਦੇ ਦਿਓ। ਉਹ ਫਿਰ ਮਿੱਟੀ ਇਹਦੇ 'ਚ ਡਿੱਗਦੀ ਆ, ਇਹਦੇ ਵਿੱਚੋਂ ਵੈਕਿਊਮ ਦੇ ਨਾਲ ਇਹ ਅੱਗੇ ਟਿਊਬਾਂ 'ਚ ਭਰ ਜਾਂਦੀ, ਇੱਕ ਪੇਪਰ ਆਲੇ ਦੁਆਲੇ ਪੇਪਰ ਲੱਗ ਜਾਂਦਾ, ਤੇ ਇੱਥੇ ਫਿਰ ਕਟਰ ਲੱਗਾ, ਉਹ ਕੱਟ ਕੇ ਤੇ ਫਿਰ ਇਹ ਟਰੇਆਂ 'ਚ ਭਰੀ ਜਾਂਦੇ। ਇਹ ਸਾਰਾ ਕੁਝ ਆਟੋਮੈਟਿਕ ਹੈ, ਇੱਥੇ ਭਰ ਕੇ ਤੇ ਫਿਰ ਇਹਨਾਂ ਨੂੰ ਪਾਣੀ ਆ ਜਾਂਦਾ, ਇੱਥੇ ਪਾਣੀ ਟਨਲ ਆ ਪਾਣੀ ਵਾਲੀ, ਤੇ ਪਾਣੀ ਤੋਂ ਅੱਗੇ ਫਿਰ ਉਹਦੇ ਵਿੱਚ ਹੋਲ ਪੰਚ ਹੋ ਜਾਂਦੇ ਆ, ਤੇ ਫਿਰ ਉਹ ਰੈਡੀ ਟੂ ਵਰਕ ਉੱਥੇ ਵਰਕਰਸ ਨੂੰ ਮਿਲ ਜਾਂਦਾ ਅੱਗੇ, ਦੈਨ ਦੇ ਕੈਨ ਸਟਾਰਟ ਪਲੈਂਟਿੰਗ। ਸੋ ਜਿਹੜਾ ਲੈਬ 'ਚੋਂ ਮੁੜ ਕੇ ਬੂਟੇ ਆਉਂਦੇ ਆ, ਉਹ ਫਿਰ ਉਹ ਗ੍ਰੀਨ ਹਾਊਸ ਵਿੱਚ ਆਉਂਦੇ ਆ ਵੀ ਉਹ ਵੱਡੇ ਹੋਣ, ਉਹਨਾਂ ਦੀਆਂ ਜੜ੍ਹਾਂ ਬਣ ਜਾਣ, ਤਾਂ ਕਿ ਜਿਹੜਾ ਫਾਈਨਲ ਕਸਟਮਰ ਨੂੰ ਜਾ ਸਕੇ। ਸਾਡੇ ਕਸਟਮਰ ਜਿਹੜੇ ਆ ਜ਼ਿਆਦੀਆਂ ਨਰਸਰੀਆਂ, ਉਹਨਾਂ ਨੂੰ ਨਿੱਕੇ ਨਿੱਕੇ ਬੂਟੇ ਚਾਹੀਦੇ ਹੁੰਦੇ ਆ, ਤੇ ਸੋ ਆਹ ਮੈਂ ਤੁਹਾਨੂੰ ਦੱਸਦਾ ਵੀ ਮੁੜ ਕੇ ਕੀ ਬਣਦਾ, ਵੀ ਅੰਦਰੋਂ ਵੇਖਿਆ ਸੀ। ਤੇ ਸੋ ਆਹ ਵਾਲਨਟ ਦਾ ਬੂਟਾ, ਇਹ ਹੁਣ ਵਾਲਨਟ ਦਾ ਛੋਟਾ ਬੂਟਾ, ਇਹ 'ਚ ਜੜ੍ਹਾਂ ਸਾਰੀਆਂ ਹੈਗੀਆਂ ਭਰੀਆਂ, ਤੇ ਇਹ ਉਹਨੂੰ ਹੁਣ ਵੱਡੇ ਗਮਲੇ 'ਚ ਲਾ ਦੇਣਾ। ਇਹਨੇ ਵੱਡੇ ਗਮਲੇ 'ਚ ਹੋ ਕੇ ਇਹ 3-4 ਫੁੱਟ ਦਾ ਬਣ ਜਾਣਾ। ਇਹ ਫਿਰ ਜਿਹੜਾ ਸਿੱਧਾ ਸ਼ਿਪ ਕਰ ਦੇਣਾ, ਇਹ ਟਰੱਕਾਂ 'ਤੇ ਰੱਖ ਕੇ ਪੈੜੀਆਂ 'ਚ ਪਹੁੰਚ ਜਾਂਦੇ ਆ, ਦੈਨ ਪੈੜੀਆਂ 'ਚ ਜਾ ਕੇ ਲੱਗ ਜਾਂਦੇ ਆ। ਇਹਦੇ ਵਿੱਚ ਸਾਡਾ ਬਦਾਮ ਜਿਹੜੇ ਆ 5 ਮਿਲੀਅਨ ਬਦਾਮਾਂ ਦਾ ਜ਼ਿਆਦਾ ਬਿਜ਼ਨਸ ਆ। ਵਾਲਨਟ ਜਿਹੜੇ ਆ 1.5 ਤੋਂ 2 ਮਿਲੀਅਨ, ਵਿੱਚੋਂ 0.5 ਮਿਲੀਅਨ ਜਿਹੜੇ ਐਕਸਪੋਰਟ ਹੋ ਜਾਂਦੇ, ਚਿੱਲੇ ਨੂੰ ਐਕਸਪੋਰਟ ਹੁੰਦੇ ਆ। ਦੈਨ ਵੀ ਹੈਵ ਪਿਸਟਾਸ਼ੀਓ ਐਂਡ ਸਮ ਚੈਰੀਜ਼, ਐਂਡ ਦੈਨ ਵੀ ਆਰ ਵਰਕਿੰਗ ਔਨ ਪਿਕਾਨ ਵੀ ਜਿਹੜੇ ਸਾਡੇ ਜਿਹੜੇ ਬਣਾਵਾਂਗੇ, ਉਹ ਟੈਕਸਸ ਨੂੰ, ਜਾਰਜੀਆ ਨੂੰ, ਐਰੀਜ਼ੋਨਾ ਨੂੰ, ਫਿਰ ਉਧਰ ਨੂੰ ਸ਼ਿਪ ਹੁੰਦੇ ਆ। ਤੇ ਇਹ ਸਾਰਾ ਕੁਝ ਜਿਹੜਾ ਇਹ ਪਾਰਟਸ ਦੇ ਵਿੱਚ ਵੀ ਜ਼ਮੀਨ 'ਚ ਨਹੀਂ ਲਾਉਣੇ, ਜ਼ਮੀਨ ਦੇ ਵਿੱਚ ਬਿਮਾਰੀਆਂ ਹੁੰਦੀਆਂ, ਪਰ ਜਿਹੜਾ ਇਹ ਪਾਰਟਸ ਦੇ ਵਿੱਚ ਆ, ਇਹਦੇ ਵਿੱਚ ਖਾਸ ਚੀਜ਼ਾਂ ਵੀ ਜਿਹੜਾ ਆ ਹੈਗਾ ਬੈਂਚ, ਇਹ ਅਵੇ ਹੈ, ਜ਼ਮੀਨ ਦੇ ਉੱਤੋਂ 3 ਫੁੱਟ ਉੱਤੇ ਆ, 3.5 ਫੁੱਟ ਉੱਚੇ, ਤੇ ਥੱਲਿਓਂ ਕੋਈ ਜੇ ਪਾਣੀ ਦਈਏ ਵੀ, ਤੇ ਥੱਲਿਓਂ ਬਿਮਾਰੀ ਜਿਹੜੀ ਨੂੰ ਲੱਗ ਨਹੀਂ ਸਕਦੀ ਕੋਈ। ਫਿਰ ਹੈਗਾ ਵੀ ਇਹ ਵਰਕਰ ਵਾਸਤੇ ਬਹੁਤ ਈਜ਼ੀ ਆ, ਵੀ ਵਰਕਰਸ ਨੇ ਇਹਨੇ ਇਕੱਲੇ ਚੁੱਕ ਕੇ ਦਿਖਾਣੇ ਬਹੁਤ ਮੁਸ਼ਕਿਲ, ਪਰ ਉਹ ਸਾਰੇ ਦਾ ਸਾਰਾ ਇਸ ਤਰ੍ਹਾਂ ਹੀ ਲੈ ਜਾਂਦੇ ਆ। ਈਜ਼ੀ ਰੋਲਿੰਗ ਸਿਸਟਮ ਜਿਹੜਾ ਇਹ ਈਵਨ ਲੇਡੀਜ਼, ਈਵਨ ਵਿਦ 1 ਹੈਂਡ, ਲਿਟਲ ਕਿਡ ਜਿਹੜੇ ਉਹ ਵੀ ਆਪਣਾ ਮੂਵ ਕਰ ਸਕਦੇ। ਫਿਰ ਇੱਥੋਂ ਮੂਵ ਕਰਕੇ ਤੇ ਅੱਗੇ ਇੱਕ ਕਾਰਟ ਹੁੰਦਾ, ਇਹ ਸਾਰੇ ਨੂੰ ਕਾਰਟ 'ਤੇ ਚੜ੍ਹਾ ਕੇ ਤੇ ਦੂਜੇ ਹਾਊਸ ਵਿੱਚ ਲੈ ਜਾਂਦੇ। ਸੋ ਇਹ ਸਿਸਟਮ ਜਿਹੜਾ ਵੈਰੀ ਐਫੀਸ਼ੀਐਂਟ ਸਿਸਟਮ। ਸੋ ਸਾਡੀ ਇਹ ਸਟਰੈਂਥ ਹੈ ਵੀ ਸਾਨੂੰ ਥੋੜ੍ਹੀ ਸਾਇੰਸ ਆਉਂਦੀ ਆ। ਸੋ ਸਾਇੰਸ ਦੇ ਪ੍ਰੋਜੈਕਟ ਜਿਹੜੇ ਆ ਅਸੀਂ ਉਹ ਵੀ ਲੈ ਲੈਂਦੇ ਆ। ਵੀ ਜਿਵੇਂ ਆ ਇੱਕ ਪ੍ਰੋਜੈਕਟ ਆ, ਇਹ ਗ੍ਰੇਪਸ ਦਾ, ਇਹ ਗ੍ਰੇਪ ਇਹ ਬਰੀਡਰ ਦਾ ਵਰਕ ਆ। ਇਹ ਗ੍ਰੇਪਸ ਜਿਹੜੇ ਆ ਹੁੰਦੇ ਆ ਸੀਡਲੈਸ ਗ੍ਰੇਪਸ, ਪਰ ਜਿਹੜੇ ਸੀਡਲੈਸ ਆ ਜੋ ਖਾਣ ਨੂੰ ਤੇ ਸੀਡਲੈਸ ਆ, ਵੀ ਮੂੰਹ 'ਚ ਨਹੀਂ ਪਤਾ ਲੱਗਦਾ ਬੀਆਂ ਦਾ, ਪਰ ਉਹਦੇ ਵਿੱਚ ਨਿੱਕੇ ਨਿੱਕੇ ਬੀ ਹੁੰਦੇ ਆ। ਸੋ ਉਹ ਸਾਨੂੰ ਜਿਹੜਾ ਸਾਡੇ ਕਸਟਮਰ ਆ, ਉਹ ਸਾਨੂੰ ਦੇ ਦਿੰਦੇ ਉਹ ਗ੍ਰੇਪਸ, ਉਹਨੂੰ ਫਿਰ ਕੱਟ ਕੇ ਅਸੀਂ ਉਹਦੇ 'ਚੋਂ ਨਿੱਕੇ ਨਿੱਕੇ ਬੀਜ ਜਿਹੜੇ ਕੱਢ ਕੇ ਤੇ ਉਹਨਾਂ ਤੋਂ ਅਸੀਂ ਬੂਟਾ ਤਿਆਰ ਕਰ ਲੈਂਦੇ ਹਾਂ। ਇਹ ਜਿਹੜਾ ਕਿ ਆਮ ਦੁਨੀਆ ਨਹੀਂ ਕਰ ਸਕਦੀ, ਪਰ ਜਿਹੜੀਆਂ ਲੈਬੋਰਟਰੀ ਟੈਕਨੀਕਸ ਦੇ ਨਾਲ ਉਹ ਸੀਡਲੈਸ ਦੇ ਵਿੱਚੋਂ ਸੀਡ ਕੱਢ ਕੇ ਇਹ ਬੂਟੇ ਫਿਰ ਅਸੀਂ ਵਾਪਸ ਜਿਹੜਾ ਬਰੀਡਿੰਗ ਕੰਪਨੀ ਉਹਨਾਂ ਨੂੰ ਦੇ ਦਿੰਦੇ ਆ, ਉਹਦੇ ਨਾਲ ਫਿਰ ਬਰੀਡ ਕਰਦੇ। ਸੋ ਐਜ਼ ਏ ਰਿਜ਼ਲਟ ਕੀ ਹੁੰਦਾ ਵੀ ਹੁਣ ਵਧੀਆ ਟੇਬਲ ਗ੍ਰੇਪਸ ਦੀਆਂ ਵੈਰਾਈਟੀਆਂ ਅਵੇਲੇਬਲ ਆ। ਵੱਡੇ ਗ੍ਰੇਪਸ ਆ, ਗੁੱਡ ਫਲੇਵਰ ਆ, ਤੇ
ਜਿਹੜੀਆਂ ਪੁਰਾਣੀਆਂ ਸੀਡਡ ਵੈਰਾਈਟੀਆਂ ਜਿਹੜੀਆਂ ਉਹ ਨਿਕਲੀ ਜਾਂਦੀਆਂ। ਸੋ ਇਹ ਬੂਟੇ ਜਿਹੜੇ ਸਾਰੇ ਸਾਡੇ ਇਹ ਬਦਾਮਾਂ ਦੇ ਸਾਰੇ ਬਹੁਤੇ ਕੈਲੀਫੋਰਨੀਆ 'ਚ ਹੀ ਲੱਗਦੇ ਆ। ਜਿਹੜੇ ਵਾਲਨਟ ਆ ਅਖਰੋਟ ਉਹ ਕੁਛ ਯੂਰਪ 'ਚ ਜਾਂਦੇ ਆ, ਕੁਛ ਚਿਲੇ 'ਚ ਜਾਂਦੇ ਆ, ਪਰ ਬਹੁਤੇ ਫਿਰ ਵੀ ਕੈਲੀਫੋਰਨੀਆ 'ਚ ਲੱਗਦੇ ਆ। ਕੈਲੀਫੋਰਨੀਆ 'ਚ ਜਿਹੜੇ ਫਰੂਟ ਟਰੀ ਆ, ਇਸ ਹੋਮ ਆਫ ਦੀ ਫਰੂਟ ਟਰੀ, ਸਾਰਾ ਬਹੁਤਾ ਐਗਰੀਕਲਚਰ ਜਿਹੜਾ ਕੈਲੀਫੋਰਨੀਆ 'ਚ ਹੀ ਹੁੰਦਾ। ਓਵਰਆਲ ਜਿਵੇਂ ਤੁਹਾਨੂੰ ਦੱਸਿਆ ਵੀ ਇਹ ਤਿੰਨੇ ਕੰਪਨੀਆਂ ਇੰਟਰਲਿੰਕਡ। ਮਾਈਕਰੋ ਪੈਰਾਡਾਕਸ ਪ੍ਰੋਵਾਈਡਸ ਸਮਾਲ ਲਾਈਨਰਸ, ਛੋਟੇ ਲਾਈਨਰ ਆ ਜਿਨ੍ਹਾਂ ਨੂੰ ਜਿਹੜੀ ਦੂਜੀ ਕੰਪਨੀ ਆ ਬੇਸ ਲਾਈਨ, ਉਹਨਾਂ ਮਾਈਕਰੋ ਪੈਰਾਡਾਕਸ ਤੋਂ ਲੈ ਕੇ ਬੂਟੇ ਤੇ ਉਹਨਾਂ ਨੂੰ ਵੱਢ ਕਰਦੀ ਆ ਤੇ ਵੱਡਾ ਬੂਟਾ ਬਣਾਉਂਦੀ ਹੈ। ਤੇ ਤੀਜਾ ਬਿਜ਼ਨਸ ਜਿਹੜਾ CSP ਲੈਬੋਰੇਟਰੀਜ਼, ਇਹ ਉਹਨਾਂ ਨੂੰ ਜੇ ਸਾਨੂੰ ਕੋਈ ਲੋੜ ਪਵੇ ਮਾਈਕਰੋ ਪੈਰਾਡਾਕਸ ਨੂੰ, ਕੋਈ ਡਿਜ਼ੀਜ਼ ਇਸ਼ੂ ਆ, ਬੂਟਾ ਕੋਈ ਠੀਕ ਨਹੀਂ ਜਾਂ ਜੈਨੇਟਿਕ ID ਨਹੀਂ ਠੀਕ, ਉਹ CSP ਲੈਬ ਤੋਂ ਟੈਸਟ ਕਰਵਾਉਣੇ। ਤੇ ਬਾਕੀ ਤਿੰਨੇ ਬਿਜ਼ਨਸ ਸੈਪਰੇਟ ਆ, ਉਹਨਾਂ ਦੀ ਓਨਰਸ਼ਿਪ ਥੋੜੀ ਡਿਫਰੈਂਟ ਆ, ਬਟ ਇਟਸ ਆਲ ਫੈਮਿਲੀ ਓਨਰਸ਼ਿਪ। ਸੋ ਅਸੀਂ ਲਾਸਟ ਈਅਰ ਇਹ ਸੋਚਿਆ ਵੀ ਨਰਸਰੀਆਂ ਨੂੰ ਪਲਾਂਟ ਜਿਹੜੇ ਸਪਲਾਈ ਕਰਨ ਦੀ ਬਜਾਏ ਆਪਣੀ ਨਰਸਰੀ ਖੋਲੀਏ। ਸੋ ਆਪਣੀ ਨਰਸਰੀ ਦਾ ਮਤਲਬ ਆ ਵੀ ਫੀਲਡ ਰੈਡੀ, ਉਹਨਾਂ ਨੂੰ ਫੀਲਡ ਰੈਡੀ ਪਲਾਂਟਸ ਕਹਿੰਦੇ ਆ। ਫੀਲਡ ਰੈਡੀ ਹੈ ਵੀ ਜਿਹੜੇ ਬੂਟੇ ਅਸੀਂ ਦੇਵਾਂਗੇ ਉਹ ਫਾਰਮਰ ਜਿਹੜੇ ਆ ਸਿੱਧੇ ਫੀਲਡ 'ਚ ਲਾ ਸਕਦੇ ਆ। ਸੋ ਇਹ ਸਾਡਾ ਪ੍ਰੋਗਰਾਮ ਜਿਹੜਾ ਕਾਫੀ ਸਕਸੈਸਫੁਲ ਹੈ। ਇਸ ਸਾਲ ਕਾਫੀ ਸੇਲਸ ਹੋਈਆਂ। ਆ ਜਿਹੜੇ ਬੂਟੇ ਆ ਇਹ ਬਦਾਮਾਂ ਦੇ, ਦੇ ਹੈਵ ਸਮ ਰੂਟ ਸਟਾਕ ਐਂਡ ਅਪਰ ਪਲਾਂਟਸ। ਜਦੋਂ ਪਲਾਂਟ ਐਡਾ ਕੁ ਹੁੰਦਾ, ਦਿਸ ਇਜ਼ ਇਹ ਰੈਡੀ ਟੂ ਸੈਲ ਆ, ਇਹ ਕੁਆਲੀਫਾਈ ਸੈਲ ਹੋ ਜਾਂਦਾ ਹੈ। ਤੇ ਸੋ ਨਾਲ ਮੇਰੇ my elder son Shan and younger son Simran, they are into helping out in these businesses and helping daddy to retire. ਸੋ ਵੀ ਜਿਹੜਾ ਅਸੀਂ ਪੁਰਾਣਾ ਜਿਵੇਂ ਅੱਗੇ ਗੱਲ ਕੀਤੀ ਸੀ, ਸਾਡਾ ਬਿਜ਼ਨਸ ਇਹ ਸੀਡ ਟੈਸਟਿੰਗ ਦਾ ਸ਼ੁਰੂ ਹੋਇਆ ਸੀ ਗਰਾਜ ਦੇ ਵਿੱਚ। ਉਦੋਂ ਹੁੰਦਾ ਸੀਗਾ ਵੀ ਮੈਂ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਐਂਡ ਐਗਰੀਕਲਚਰ ਨਾਲ ਕੰਮ ਕਰਦਾ ਸੀ ਐਜ਼ ਏ ਕੰਸਲਟੈਂਟ, ਤੇ ਮੇਰਾ ਆਫਿਸ ਘਰ ਵਿੱਚ ਹੁੰਦਾ ਹੈ। ਸੋ ਉਹਦੇ 'ਚ ਕੀ ਹੁੰਦਾ ਹੈ ਵੀ ਟਾਈਮ ਫਿਰ ਵੀ ਬਚ ਜਾਂਦਾ ਸੀ ਵੀ ਕੰਮ ਕਰਨ ਵਾਸਤੇ, ਵੀ ਨਾਟ ਇਨਫ। ਤੇ ਸੋ ਉਹ ਬੋਰਡ ਦਾ ਕੰਮ ਵੀ, ਜਿਹੜਾ ਮੈਂ ਬੋਰਡ ਦਾ ਮੈਨੇਜਰ ਸੀ, ਸਿਟਰਸ ਬੋਰਡ ਦਾ ਮੈਨੇਜਰ ਤੇ ਫਰੂਟ ਟਰੀ ਬੋਰਡ ਦਾ ਮੈਨੇਜਰ, ਤੇ ਫਿਰ ਵੀ ਮੇਰੇ ਕੋਲ ਟਾਈਮ ਬਚ ਜਾਂਦਾ ਸੀ। ਸੋ ਅਸੀਂ ਸਲਾਹ ਕੀਤੀ ਮੈਂ ਤੇ ਪਿੰਕੀ ਨੇ ਵੀ, ਕਿਉਂਕਿ ਸੀਡ ਟੈਸਟਿੰਗ ਤੇ ਆਉਂਦੀ ਸੀ, ਸੀਡ ਡਿਜ਼ੀਜ਼ਸ ਟੈਸਟ ਕਰਨੀਆਂ, ਤੇ ਕਿਉਂ ਨਾ ਹੋਵੇ ਤੇ ਗਰਾਜ 'ਚ ਕਰੀਏ। ਤੇ ਸਾਡੇ ਕੁਝ ਐਸੋਸੀਏਟਸ ਸੀ ਨਾਲ, ਜਿਹੜਾ ਪ੍ਰੀਵੀਅਸ ਪ੍ਰੋਫੈਸਰ ਸੀ ਮੇਰਾ, ਉਹਦੇ ਵੀ ਕਨੈਕਸ਼ਨ ਸੀ। ਉਹ ਆਂਦੇ ਵੀ ਤੁਹਾਨੂੰ ਅਸੀਂ ਨਾ ਬਿਜ਼ਨਸ ਦਵਾਉਂਦੇ ਹਾਂ ਵੀ ਤੁਸੀਂ ਟੈਸਟ ਕਰੋ। ਸੋ ਪਿੰਕੀ ਵਾਜ਼ ਵੈਰੀ ਨਾਈਸ, ਸ਼ੀ ਗਿਵ ਮੀ, ਇਹਨਾਂ ਨੇ ਮੈਨੂੰ ਨਾ ਇੱਕ ਗਰਾਜ, 3 ਕਾਰ ਗਰਾਜ ਸੀ, ਉਹਦੇ 'ਚੋਂ ਇੱਕ ਕਾਰ 'ਚ ਅਸੀਂ ਕੰਧ ਕੱਢ ਕੇ ਤੇ ਉੱਥੇ ਥੋੜ੍ਹਾ ਬੜਾ ਸਮਾਨ ਰੱਖ ਲਿਆ। ਤੇ ਉਹਨਾਂ ਦਿਨਾਂ 'ਚ ਹੁੰਦਾ ਵੀ ਆਟੋਕਲੇਵ ਸਟਰੀਲਾਈਜ਼ਰ ਨਹੀਂ ਹੁੰਦੇ, ਤੇ ਹੁੰਦਾ ਸੀ ਪ੍ਰੈਸ਼ਰ ਕੁੱਕਰ। ਤੇ ਉਹ ਪ੍ਰੈਸ਼ਰ ਕੁੱਕਰ 'ਚ ਅਸੀਂ ਨਾ ਥੋੜ੍ਹਾ ਜਿਹਾ ਪਲਾਂਟ ਫੂਡ ਬਣਾ ਕੇ, ਮੀਡੀਆ ਬਣਾ ਕੇ, ਜਿਹਦੇ 'ਤੇ ਬੈਕਟੀਰੀਆ ਕਲਚਰ ਹੁੰਦੇ ਆ, ਤੇ ਉਹ ਅਸੀਂ ਸ਼ੁਰੂ ਕੀਤਾ। ਸੋ ਆਈ ਥਿੰਕ ਵੀ ਅਸੀਂ ਇੱਕ ਕਲਾਜ਼ਟ ਵੀ ਯੂਜ਼ ਕਰਦੇ ਹੁੰਦੇ ਸੀ, ਜਿਹੜੀ ਕੱਪੜਿਆਂ ਵਾਲੀ ਕਲਾਜ਼ਟ ਸੀ, ਉਹ 'ਚੋਂ ਕੱਪੜੇ ਕੱਢ ਲਏ ਤੇ ਉਹਦੇ ਵਿੱਚ ਮਾਰ ਕੇ, ਅੰਦਰ ਮਾਰ ਕੇ ਤੇ ਕੱਪੜੇ ਮੀਡੀਆ ਬਣਾਉਣਾ ਹੈ। ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਅੱਜ ਟੂਰ ਲਵਾਇਆ, ਤੇ ਮੇਰਾ ਖਿਆਲ ਵੀ ਸਾਡੇ ਦਰਸ਼ਕ ਵੀ ਇਹਦਾ ਆਨੰਦ ਉਠਾ ਰਹੇ ਹੋਣਗੇ। ਕਿਸ ਤਰ੍ਹਾਂ ਸਾਰਾ ਕੁਛ, ਇਹ ਜਿਹੜੇ ਆਮ ਵੱਡੇ ਟਰੀ ਹੁੰਦੇ ਆ ਜਾਂ ਵੱਡੇ ਬੂਟੇ ਹੁੰਦੇ ਆ ਜਾਂ ਫਲਦਾਰ ਬੂਟੇ ਆ, ਜਾਂ ਇਹ ਕੋਈ ਐਵੇਂ ਨਹੀਂ ਹੋ ਜਾਂਦੇ, ਇਹਨਾਂ ਦੇ ਪਿੱਛੇ ਬੜਾ ਇੱਕ ਸਾਇੰਟੀਫਿਕ ਕੰਮ ਹੁੰਦਾ। ਤੇ ਜਿਹੜਾ ਲੈਬ ਅੱਜ ਤੁਹਾਨੂੰ ਦਿਖਾ ਰਹੇ ਆ, ਡਾਕਟਰ ਪਰਮਜੀਤ ਸਿੰਘ ਰੰਧਾਵਾ ਉਹਦੇ ਓਨਰ ਆ। ਤੇ ਡਾਕਟਰ ਸਾਹਿਬ ਤੁਸੀਂ ਥੋੜ੍ਹਾ ਜਿਹਾ ਫਿਰ ਇੱਕ ਵਾਰੀ ਸਾਡੇ
ਦਰਸ਼ਕਾਂ ਨੂੰ ਦੱਸੋ ਆਪਣੀ ਬੈਕਗ੍ਰਾਉਂਡ ਬਾਰੇ। ਤੁਸੀਂ ਦੱਸਿਆ ਜਿਸ ਤਰ੍ਹਾਂ ਕਿ ਤੁਸੀਂ ਇੱਕ ਗਰਾਜ ਤੋਂ ਕੰਮ ਸ਼ੁਰੂ ਕੀਤਾ, ਅੱਜ ਇੱਥੇ ਪਹੁੰਚ ਗਏ, ਕੀ ਰਾਜ ਹੈ ਸਕਸੈਸ ਦਾ, ਕੀ ਤੁਹਾਨੂੰ ਕਰਨਾ ਪਿਆ ਸਪੈਸ਼ਲ? ਇਹਦੇ ਦਾ ਇੱਕ ਦੋ ਹੈਗੇ ਆ ਆਨਸਰ। ਇੱਕ ਦੇ ਆਨਸਰ ਇਹ ਆ ਵੀ ਮੈਨੂੰ ਹੋਰ ਕੁਝ ਨਹੀਂ ਸੀ ਕਰਨਾ ਆਉਂਦਾ। ਇਹ ਤੇ ਹੋਰ ਤੋਂ ਵੀ ਬਹੁਤ ਜ਼ਿਆਦਾ ਉੱਤੇ ਹੈ ਤੁਹਾਡੀ ਕੁਆਲੀਫਿਕੇਸ਼ਨ ਇਹਦੇ ਨਾਲ ਰਿਲੇਟਡ ਸੀ ਤਾਂ। ਹਾਂਜੀ, ਸੋ ਦੂਜਾ ਹੀ ਵੀ ਜਿਹੜਾ ਮੇਰੀ ਕੁਆਲੀਫਿਕੇਸ਼ਨ ਸੀ ਪਲਾਂਟ ਪੈਥੋਲੋਜੀ, ਤੇ ਉਹ ਤੋਂ ਪਹਿਲਾਂ ਮੈਂ 4-5 ਸਾਲ ਇੱਕ ਫਲਾਵਰ ਕੰਪਨੀ 'ਚ ਵੀ ਕੰਮ ਕੀਤਾ ਜੀ। ਸੋ ਮੈਨੂੰ ਪੈਥੋਲੋਜੀ 'ਚ ਕੌਨਫੀਡੈਂਸ ਸੀ। ਤੇ ਸਾਡੀ ਜਦੋਂ ਗਰਾਜ 'ਚ ਖੋਲ੍ਹੀ ਤੇ ਲੈਬ, ਤੇ ਇੱਕ ਕੰਪਨੀ ਪਹਿਲੋਂ ਆਈ ਤੇ ਉਹਨਾਂ ਨੇ 10 ਸੈਂਪਲ ਸਾਨੂੰ ਸਰੋਂ ਦੇ ਭੇਜੇ, ਇਹਦੇ 'ਚ ਬਿਮਾਰੀ ਲੱਭੋ। ਤੇ ਉਹਦੇ 'ਚ 7 ਸੈਂਪਲ ਉਹਨਾਂ ਨੂੰ ਪਹਿਲੋਂ ਪਤਾ ਸੀ ਵੀ ਇਹਨਾਂ 'ਚ ਹੈਗੀ ਆ। ਅੱਛਾ। 3 ਸੈਂਪਲਾਂ 'ਚ ਹੈ ਨਹੀਂ ਸੀ, ਬਲਾਈਂਡ ਸੈਂਪਲ ਟੈਸਟ ਕਰਦੇ ਬਲਾਈਂਡ ਸੈਂਪਲ ਹੈ। ਸੋ ਤੁਸੀਂ ਤੇ ਬੂਟੇ ਟੈਸਟ ਕਰਨਾ, ਉਹ ਤੁਹਾਨੂੰ ਟੈਸਟ ਕਰਦੇ ਉਹ ਸਾਨੂੰ ਟੈਸਟ ਕਰਦੇ ਸੀ, ਤੇ ਉਹ ਐਜ਼ ਲੱਕ ਵੀ ਉਹ ਸਾਰੇ ਠੀਕ ਨਿਕਲੇ। ਜੀ ਜੀ। ਤੇ ਉਹ ਤੋਂ ਬਾਅਦ ਉਹ ਕੰਪਨੀਆਂ ਦੀ ਵੀ ਅਸੀਂ ਤੁਹਾਡੇ ਨਾਲ ਠੀਕ ਆ ਤੇ ਸੋ ਇਸ ਤਰ੍ਹਾਂ ਹੋਰ ਵੀ ਕੰਪਨੀਆਂ ਜਿਹੜੀਆਂ ਸੀਡ ਕੰਪਨੀਆਂ, ਜਦੋਂ ਨਵਾਂ ਟੈਸਟ ਅਸੀਂ ਆਨੇ ਵੀ ਆ ਅਸੀਂ ਨਵਾਂ ਕੱਢਿਆ ਬੜਾ। ਸੋ ਇੱਕ ਕੰਪਨੀ ਹੀ ਉਹ ਵਾਟਰਮੈਲਨ ਟੈਸਟ ਕਰਦੀ ਹੈ, ਤੇ ਉਹਨਾਂ ਨੇ ਸਿਰਫ ਇੱਕ ਵਾਰੀ ਬਲਾਈਂਡ ਟੈਸਟ ਨਹੀਂ ਭੇਜਿਆ, 2 ਸਾਲ ਭੇਜਦੇ ਰਹੇ ਹੈ ਨਾ। ਉਹਨਾਂ ਨੂੰ ਸਾਡੇ 'ਚ ਕੌਨਫੀਡੈਂਸ ਕਰਨ ਵਾਸਤੇ 2 ਸਾਲ ਤੱਕ ਭੇਜਦੇ ਰਹੇ, ਤੇ ਫਿਰ ਤੀਜੇ ਸਾਲ ਨੂੰ ਆਖਿਆ ਵੀ ਤੁਹਾਨੂੰ ਨਹੀਂ ਪਤਾ ਪਰ ਅਸੀਂ ਤੁਹਾਨੂੰ ਟੈਸਟ ਕਰਨ ਰਹੇ ਹੈ ਨਾ, ਵੀ ਤੁਹਾਡਾ ਟੈਸਟ ਵਰਕ ਕਰਦਾ ਤੇ ਅਸੀਂ ਤੁਹਾਨੂੰ ਭੇਜਿਆ ਕਰਾਂਗੇ ਸੈਂਪਲ ਹੈ। ਉਸ ਹਿਸਾਬ ਨਾਲ ਤੁਸੀਂ ਇਹਨੂੰ ਜਿਹੜਾ ਸੀਗਾ ਰੈਗੂਲਰ ਬਿਜ਼ਨਸ ਜਿਹੜਾ ਉਹ ਬਣਾ ਲਿਆ। ਹਾਂ, ਉਹਨਾਂ ਫਿਰ ਕੰਪਨੀਆਂ ਨਾਲ ਜਿਹੜੀਆਂ ਸਾਡਾ ਬ੍ਰੈਡ ਐਂਡ ਬਟਰ ਬਿਜ਼ਨਸ ਸੀਡ ਟੈਸਟਿੰਗ ਸੀ ਹੈ। ਤੇ ਸੀਡ ਕੰਪਨੀਆਂ ਜਿਵੇਂ ਮਨਸੈਂਟੋ ਹੋਈ, ਸਿੰਜੈਂਟਾ ਹੋਈ, ਵੋਲੋ ਐਗਰੀ ਹੋਈ, ਸਾਰੇ ਵੱਡੀਆਂ ਕੰਪਨੀਆਂ, ਜਿਹੜੇ ਫਾਰਮਰ ਆ ਉਹ ਨਹੀਂ ਸਾਨੂੰ ਭੇਜਦੇ ਸੈਂਪਲ, ਪਰ ਜਿਹੜੇ ਸੀਡ ਕੰਪਨੀਆਂ ਜਿਨ੍ਹਾਂ ਨੇ ਫਾਰਮਰਾਂ ਨੂੰ ਵੇਚਣਾ, ਫਾਰਮਰਸ ਸ਼ੁੱਡ ਟੈਸਟਡ ਕੁਆਲੀਫਾਈਡ ਸੀਡ, ਤਾਂ ਕਿ ਉਹਨਾਂ 'ਚ ਪ੍ਰੋਬਲਮ ਨਾ ਆਵੇ, ਬਿਮਾਰੀ ਨਾ ਆਵੇ ਕੋਈ। ਜੀ ਜੀ। ਤੁਹਾਡੀ ਫੈਮਿਲੀ 'ਚ ਵੀ ਤੁਹਾਡਾ ਕਿਸੇ ਨੇ ਸਾਥ ਦਿੱਤਾ? ਦੈਟਸ ਐਕਚੁਅਲੀ ਆਮ ਗਲੈਡ ਕਿ ਤੁਸੀਂ ਇਹ ਸਵਾਲ ਪੁੱਛਿਆ। ਇਹ ਸਾਡਾ ਇਹ ਵੀ ਬਿਜ਼ਨਸ ਤੇ ਦੂਜਾ ਵੀ, ਇਟਸ ਏ ਫੈਮਿਲੀ ਐਂਡ EMPLOYEES, ਆਈ ਡੋਂਟ ਕਾਲ them EMPLOYEES, I call them associates। ਉਹ ਵੀ ਪਰਿਵਾਰ ਹੀ ਆ ਤੁਹਾਡਾ? ਉਹੀ ਪਰਿਵਾਰ ਆ। ਤੁਸੀਂ ਨਾ ਇੱਕ ਦੂਜੇ ਦੀਆਂ ਸੁਜੈਸ਼ਨਾਂ ਤੇ ਬਿਲਡ ਕਰਦੇ ਜੇ ਹੈ। ਸੋ ਫਾਰ ਐਗਜ਼ਾਮਪਲ ਇਨ ਦਿਸ ਬਿਜ਼ਨਸ ਜਿਹੜਾ ਸੀਡ ਟੈਸਟਿੰਗ ਦਾ, ਮਾਈ ਕਜ਼ਨ ਸੁਖੀ ਪੰਨੂ, and he is very very good. He started as a technician with me in the garage, and he's with me, and now ਉਹ ਆਪਣਾ ਡਾਇਰੈਕਟਰ ਆਫ ਬਿਜ਼ਨਸ ਡਿਵੈਲਪਮੈਂਟ ਐਂਡ ਡਾਇਰੈਕਟਰ ਆਫ ਰਿਸਰਚ ਆ ਤੇ ਮੋਸਟ ਵੈਲੂਏਬਲ। ਐਂਡ ਅਸੀਂ ਜਦੋਂ ਮੈਂ ਤੇ ਸੁਖੀ ਜਦੋਂ ਟਰੈਵਲ ਕਰਦੇ ਕਿਤੇ ਸਪੈਸ਼ਲੀ, ਉਦੋਂ ਸਾਡੇ ਕੋਲ ਫ੍ਰੀ ਟਾਈਮ ਹੁੰਦਾ, ਤੇ ਫ੍ਰੀ ਟਾਈਮ 'ਚ ਇੱਕ ਦੂਜੇ ਨਾਲ ਗੱਲਾਂ ਕਰਕੇ, ਤੇ ਬਾਈ ਦੀ ਟਾਈਮ ਜਦੋਂ ਅਸੀਂ ਇੱਥੇ ਵਾਪਸ ਆਉਂਦੇ ਆ ਇੱਕ ਨਵਾਂ ਟੈਸਟ ਕ੍ਰੀਏਟ ਹੋਇਆ ਹੁੰਦਾ। ਅੱਛਾ। ਕਿਉਂਕਿ ਤੁਹਾਨੂੰ ਟਾਈਮ ਮਿਲ ਜਾਂਦਾ ਤੇ ਗੱਲਾਂ ਬਾਤਾਂ ਅਸੀਂ ਉਹ ਕਰੀ ਜਾਣੀਆਂ ਹੁੰਦੀਆਂ ਹੈ। ਤੇ ਇਸੇ ਤਰ੍ਹਾਂ ਹੀ ਮਾਈ ਨੈਫਿਊ ਆ ਸੰਦੀਪ ਰੰਧਾਵਾ, ਐਂਡ ਹੀ ਇਜ਼ ਵੈਰੀ ਟੈਲੈਂਟਡ and he can see things which I can't. Okay. You know, he can see things, business should go this way, facility should be designed like this, and so always we build on each other's skills, you know. Okay. And another one, we have a Dr. Hari Singh Sohi, we went to school together. ਤੇ ਕਿਹੜੀ ਯੂਨੀਵਰਸਿਟੀ ਤੁਸੀਂ ਗਏ? PAU, ਪੰਜਾਬ ਐਗਰੀਕਲਚਰ ਯੂਨੀਵਰਸਿਟੀ। ਹਾਂਜੀ, ਪੰਜਾਬ ਲੁਧਿਆਣੇ ਵਿੱਚ। ਹਾਂਜੀ, ਠੀਕ ਹੈ। ਤੇ ਉੱਥੇ ਅਸੀਂ ਇਕੱਠਿਆਂ ਨੇ PhD ਕੀਤੀ ਸੀ। ਤੇ ਦੈਨ ਹਰੀ ਸਿੰਘ ਵੈਂਟ ਇਨਟੂ ਪੈਪਸੀ ਐਂਡ ਆਈ ਕਮ ਹੇਅਰ। ਤੇ ਫਿਰ ਕਿੰਨੇ ਸਾਲਾਂ ਬਾਅਦ ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ ਕਿ ਤੁਸੀਂ ਇੰਡੀਆ ਤੋਂ ਲੁਧਿਆਣੇ ਤੋਂ ਐਜੂਕੇਸ਼ਨ ਲਈ ਹੈ ਸਾਰੇ ਹੀ, ਕੀ ਕੋਈ ਤੁਹਾਨੂੰ ਡਿਫਰੈਂਸ ਨਹੀਂ ਦਿਖਿਆ ਉੱਥੋਂ ਦੀ ਖੇਤੀਬਾੜੀ ਦਾ ਸਟਾਈਲ ਜਿਹੜਾ ਉਹ ਹੋਰ ਤਰੀਕੇ ਨਾਲ ਕਰਦੇ ਆ, ਇੱਥੇ ਹੋਰ ਤਰੀਕੇ ਨਾਲ ਕਰਦੇ ਆ, ਤੁਸੀਂ ਉਹ ਕਿਵੇਂ ਸਾਰਾ ਉਹ ਮੈਨੇਜ ਕੀਤਾ? ਇਹ ਬਹੁਤ ਜ਼ਿਆਦਾ ਵੱਡਾ ਡਿਫਰੈਂਸ ਆ। ਉੱਥੇ ਯੂਨੀਵਰਸਿਟੀ ਗਿਵ ਅਸ ਗੁੱਡ ਜਿਹੜਾ ਬੇਸਿਕ ਐਜੂਕੇਸ਼ਨ ਜਿਹੜੀ ਨਾ ਬਹੁਤ ਵਧੀਆ ਦਿੰਦੇ ਆ, ਤੇ ਗੁੱਡ ਟੀਚਰ, ਸਾਨੂੰ ਬਹੁਤ ਵਧੀਆ ਮੈਮਰੀਜ਼, ਤੇ ਆਲਵੇਜ਼ PAU ਇਨ ਯੋਰ ਮਾਈਂਡ ਹੈ। ਪਰ ਜਦੋਂ ਤੁਸੀਂ ਇੱਥੇ ਆਉਂਦੇ, ਇੱਥੇ ਦੀਆਂ ਨੀਡਸ ਹੋ ਰਿਹਾ,
ਦੀ ਐਕਸਪੈਕਟਡ ਰਿਜ਼ਲਟਸ ਜਿਹੜੀ ਤੁਹਾਡੀ ਸਰਵਿਸ ਆ ਉਹ ਫਸਟ ਕਲਾਸ ਹੋਣੀ ਚਾਹੀਦੀ ਹੈ ਤੇ ਤੁਹਾਡੇ ਰਿਜ਼ਲਟਸ ਐਕੂਰੇਟ ਹੋਣੇ ਚਾਹੀਦੇ ਹਨ। ਸੋ ਇਟਸ ਜਸਟ ਬ੍ਰੋਡਨਿੰਗ, ਤੁਸੀਂ ਆਪਣਾ ਸਕੋਪ ਬ੍ਰੌਡ ਕੀਤਾ, ਗੈਟ ਮੋਰ ਨਾਲੇਜ। ਜਦੋਂ ਮੈਂ ਆਇਆ ਤੇ ਇੱਥੇ ਦੀਆਂ ਮੈਂ 4 ਯੂਨੀਵਰਸਿਟੀਆਂ ਦੇ ਵਿੱਚ ਰਿਸਰਚ ਫੈਲੋ ਰਿਹਾ ਹਾਂ। ਸੋ ਉਹਦੇ ਨਾਲ ਹੋਰ ਥੋੜਾ ਐਕਸਪੀਰੀਅੰਸ ਵਧਿਆ ਫਾਈਨਲੀ ਵੀ ਇਸ ਬਿਲਡਿੰਗ ਜੀ। ਤੇ ਹੁਣ ਤੁਸੀਂ ਉਹ ਗੱਲ ਇਸ ਤੋਂ ਪਹਿਲਾਂ ਕਰ ਰਹੇ ਸੀ ਡਾਕਟਰ ਹਰੀ ਸਿੰਘ ਸੋਹੀ ਉਹਨਾਂ ਬਾਰੇ, ਤੇ ਉਹਨਾਂ ਦਾ ਵੀ ਨਾਲ ਤੁਹਾਡਾ ਕਾਫੀ ਤੁਹਾਨੂੰ ਸਹਿਯੋਗ ਮਿਲਿਆ। ਹਾਂਜੀ ਜੀ। ਸੋ ਹਰੀ ਸਿੰਘ ਆਇਆ 2002 ਦੇ ਵਿੱਚ ਜੀ, ਤੇ ਪਹਿਲੋਂ ਇਸ ਲੈਬ ਦੇ ਵਿੱਚ ਉਹਨਾਂ ਨੇ ਕੁਝ ਆਪਣੀਆਂ ਰਿਸਪੌਂਸਿਬਿਲਿਟੀਜ਼ ਲਈਆਂ। ਫਿਰ ਅਸੀਂ ਕੁਝ ਇੱਥੇ ਦੇ ਕੁਝ EMPLOYEE ਜਿਹੜੇ ਸੀ ਉਹੀ ਉਧਰ ਮੂਵ ਕਰ ਲਏ ਵੀ ਉਧਰ ਵੀ ਲੋੜ ਆ ਨਰਸਰੀ ਵਾਲੇ ਬੰਨੇ। ਹੁਣ ਹਰੀ ਸਿੰਘ ਵਾਲਨਟ ਤੇ ਪਿਸਟਾਸ਼ੀਓ ਦਾ ਇੰਚਾਰਜ ਆ ਤੇ ਸੰਦੀਪ ਜਿਹੜਾ ਓਵਰਆਲ ਇੰਚਾਰਜ ਆ ਤੇ ਮਾਈ ਸਨ ਸਿਮਰਨ ਜਿਨ੍ਹਾਂ ਨੂੰ ਤੁਸੀਂ ਮਿਲੇ ਜੇ ਹੈ ਉਹਨਾਂ ਨੇ ਆਪਣਾ ਅਟਰਨੀ ਦਾ ਛੱਡ ਕੇ ਤੇ ਉਹਦੇ ਵਿੱਚ ਉਹਦਾ ਸਾਰਾ ਨਰਸਰੀ ਦੀ ਮੈਨੇਜਮੈਂਟ ਦਾ ਉਹਨਾਂ ਸੰਭਾਲੀ ਹੈ। ਮਾਈ ਐਲਡਰ ਸਨ ਸ਼ਾਨ, ਹੀ ਇਜ਼ ਜਨਰਲ ਮੈਨੇਜਰ, ਉਹ ਇਸ ਲੈਬ ਦਾ ਜਨਰਲ ਮੈਨੇਜਰ ਉਹ। ਜੀ ਉਹ ਕਹਿੰਦਾ ਵੀ ਤੁਹਾਡਾ ਜਿਹੜਾ ਆਪਣਾ ਪਰਿਵਾਰ ਵੀ ਹੈ ਤੇ ਉਹ ਸਾਰਾ ਵਿੱਚ ਇਨਵੋਲਵ ਹੈਗਾ। ਹਾਂਜੀ ਸਰ, ਇੱਕ ਤੁਹਾਡੇ ਪਾਪਾ ਜੀ ਮੈਂ ਸ਼ੁਰੂ ਚ ਦੇਖਦਾ ਹੁੰਦਾ ਸੀ, ਬਹੁਤ ਜ਼ਿਆਦਾ ਉਹਨਾਂ ਦਾ ਹੈਡ ਆਫਿਸ ਜਿਹੜਾ ਸੀਗਾ ਜੀ ਉਹ ਲੈਬ 'ਚ ਹੀ ਹੁੰਦਾ ਸੀ। ਹਾਂਜੀ ਤੁਹਾਡੀ ਪਹਿਲੀ ਲੈਬ 'ਚ। ਹਾਂਜੀ ਤੇ ਦੈਟਸ ਵੈਰੀ ਸਪੈਸ਼ਲ। ਮੇਰੇ ਪਾਪਾ ਜੀ ਅਜੇ ਵੀ ਹੀ ਇਜ਼ ਨਾਓ 90 ਸਾਲ ਦੇ ਹੈ ਤੇ ਮੈਂ ਸ਼ਾਮ ਨੂੰ ਜਾ ਕੇ ਰੋਜ਼ ਉਹਨਾਂ ਨੂੰ ਮਿਲਣਾ ਹੁੰਦਾ। ਇੱਥੋਂ ਜਦੋਂ ਜਾਣਾ ਨਾ ਮੈਂ ਅੱਧਾ ਘੰਟਾ ਉਹਨਾਂ ਦੇ ਕਮਰੇ 'ਚ ਬਹਿਣਾ ਤੇ ਉਹ ਇੱਕ ਤੇ ਇੰਡੀਆ ਦੀਆਂ ਉਹਨਾਂ ਨੇ ਮੈਨੂੰ ਸਾਰੀਆਂ ਖਬਰਾਂ ਦੱਸਣੀਆਂ। ਅੱਛਾ। ਤੇ ਫਿਰ ਉਹਨਾਂ ਨੇ ਇੱਥੇ ਦੀਆਂ ਪੁੱਛਣੀਆਂ ਵੀ ਅੱਜ ਉੱਥੇ ਤੁਸੀਂ ਕੀ ਕੀਤਾ ਹੈ। ਹਾਂਜੀ। ਤੇ ਬੜੇ ਸਾਲ ਉਹਨਾਂ ਦੀ ਪਾਣੀ ਦੇਣ ਦੀ ਲੱਗੀ ਰਹੀ। ਉਹਨਾਂ ਨੇ ਜਦੋਂ ਸੈਟਰਡੇ ਤੇ ਸੰਡੇ ਨੂੰ ਕੋਈ ਨਹੀਂ ਆਉਣਾ ਚਾਹੁੰਦਾ ਤੇ ਉਹ ਫਿਰ ਉਹਨਾਂ ਨੇ ਆਉਣਾ ਤੇ ਆਣ ਕੇ ਜਿੱਥੇ ਪਾਣੀ ਦੀ ਲੋੜ ਆ ਛਾਣਾ ਮਾਰ ਜਾਂਦੇ ਹੁੰਦੇ ਸੀ ਪਾਣੀ ਦਾ ਹੈ। ਪੂਰੀ ਆਪਣੀ ਉਹ ਵੀ ਰਿਸਪੌਂਸਿਬਿਲਟੀ ਪੂਰੀ ਕਰਦੇ ਸੀ। ਹਾਂਜੀ ਪੂਰੀ ਰਿਸਪੌਂਸਿਬਿਲਟੀ। ਹਾਂਜੀ ਹਾਂ ਠੀਕ ਹੈ। ਇਹ ਤੁਸੀਂ ਦੱਸਿਆ ਕਿ ਕਾਫੀ EMPLOYEE ਹੈਗੇ ਆ। ਹਾਂਜੀ ਅਰਾਊਂਡ 125 ਦੇ ਕਰੀਬ ਤੁਹਾਡੇ ਕੋਲ ਇਸ ਵੇਲੇ EMPLOYEE ਹੈਗੇ। ਇਹ 170-75 170-75 ਹਾਂਜੀ ਆਲਮੋਸਟ 200 ਹੋ ਗਿਆ ਦੋਵਾਂ ਕੰਪਨੀਆਂ ਦੇ ਪਾ ਕੇ। ਠੀਕ ਹੈ। ਤੇ ਸਪਲਾਈ ਜਿਹੜੀ ਆ ਤੁਹਾਡੀ ਉਹ ਕਿੱਥੋਂ ਤੱਕ ਜਾਂਦੀ ਆ? ਕੀ ਇਹ ਸਿਰਫ ਕੈਲੀਫੋਰਨੀਆ ਤੱਕ ਹੀ ਇਹ ਤੁਸੀਂ ਰੱਖਿਆ ਲਿਮਿਟੇਸ਼ਨ ਕਿ ਅੱਗੇ ਵੀ ਹੈ? ਹਾਂਜੀ ਇਹ ਦੋ ਸਰਵਿਸਿਜ਼ ਆ। ਜਿਵੇਂ ਇਹ ਜਿਹੜੀ ਸੀਡ ਲੈਬ ਆ ਇਹਦਾ ਇੰਟਰਨੈਸ਼ਨਲ ਬਿਜ਼ਨਸ ਆ। ਓਕੇ। ਇਹ ਸੀਡਸ ਸਾਰੇ ਕੰਟਰੀਆਂ ਤੋਂ ਆਉਂਦੇ, ਈਵਨ ਇੰਡੀਆ ਤੋਂ ਵੀ ਆਉਂਦੇ। ਓਕੇ ਜੀ। ਚਾਈਨਾ 'ਚ ਪ੍ਰੋਡਕਸ਼ਨ ਹੁੰਦੀ ਉਹ ਵੀ ਆਉਂਦੇ, ਬਟ ਮੋਸਟਲੀ ਦੇ ਆਰ US ਸੀਡ ਕੰਪਨੀਜ਼ ਹੈ ਨਾ। ਇਹਨਾਂ ਦੀਆਂ ਬ੍ਰਾਂਚਿਸ ਆ ਬਾਹਰ ਸਾਰੇ ਬੰਨੇ। ਸੋ ਜ਼ਿਆਦਾ ਬਿਜ਼ਨਸ ਇਹਨਾਂ ਨਾਲ ਹੈ। ਫਿਰ ਜਿਹੜਾ ਪਲਾਂਟ ਹੈਲਥ ਲੈਬ ਆ ਜਿਹਦੇ 'ਚ ਬਿਮਾਰ ਬੂਟੇ ਹੁੰਦੇ ਆ। ਬੂਟੇ ਜਦੋਂ ਹਸਪੀਟਲ ਨਾਲ ਰੱਖਿਆ ਬੂਟੇ ਫੀਲ ਨਹੀਂ ਗੁੱਡ ਕਰਦੇ ਵੀ ਮੈਂ ਉਹਦਾ ਵੀ ਟ੍ਰੀਟਮੈਂਟ ਕਰਦੇ। interesting thing in this is especially in my life the plants they talk to me ਮਤਲਬ ਤੁਸੀਂ ਇਹ ਇਸ ਗੱਲ ਨੂੰ ਲੈ ਕੇ ਚੱਲਦੇ ਹੋ ਕਿ ਜਿਹੜੇ ਪਲਾਂਟਸ ਆ ਉਹਨਾਂ 'ਚ ਵੀ ਜਾਨ ਹੈਗੀ ਆ, ਉਹਨਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਬਹੁਤ ਅੱਛੇ, ਵੈਰੀ ਗੁੱਡ। ਤੇ ਜਿਵੇਂ ਤੁਸੀਂ ਵੇਖੋ ਬਈ ਬੂਟਾ ਤੁਸੀਂ ਲਾਇਆ ਤੇ ਉਹਦੇ ਪੱਤਾ ਵਿਲਟ ਹੋਇਆ ਹੈ, ਉਹ ਤੁਹਾਨੂੰ ਦੱਸਣ ਡਿਆ ਮਰ ਗਿਆ ਪਾਣੀ ਚਾਹੀਦਾ ਮੈਨੂੰ ਹੈ। ਕਰੋਨਾ ਤਾਂ ਨਹੀਂ ਹੋ ਗਿਆ ਕਿ ਉਹ ਚੈੱਕ ਕਰਨਾ ਹੁੰਦਾ। ਅੱਛਾ ਫਿਰ ਤੁਸੀਂ ਪਾਣੀ ਦੇਤਾ ਤੇ ਉਹ ਫਿਰ ਵੀ ਵਿਲਟ ਆ ਜੀ। ਫਿਰ ਉਹ ਆਂਦਾ ਵੀ ਉਹ ਮੇਰੀਆਂ ਤੇ ਜੜ੍ਹਾਂ 'ਚ ਬਿਮਾਰੀ ਆ, ਪਾਣੀ ਤੇ ਜਿੰਨਾ ਮਰਜ਼ੀ ਦੇ ਜਾਓ ਤੇ ਆਉਂਦਾ ਨਹੀਂ ਤਾਂ ਸਾਹ ਨਹੀਂ ਆਉਂਦਾ ਮੈਨੂੰ ਹੈ। ਓਕੇ ਹਾਂਜੀ। ਸੋ ਇਹ ਆ ਵੀ ਤੁਸੀਂ ਪਲਾਂਟਸ ਦਾ ਵੀ ਟ੍ਰੀਟਮੈਂਟ ਆ ਉਹ ਇੱਥੇ ਲੈਬ 'ਚ ਹੁੰਦਾ। ਹਾਂਜੀ ਹਾਂ। ਸੀਡ ਦਾ ਹੋ ਗਿਆ, ਪਲਾਂਟਸ ਟ੍ਰੀਟਮੈਂਟ ਵੀ ਹੋ ਗਿਆ। ਹਾਂਜੀ ਤੇ ਨਵੀਂ ਤੁਸੀਂ ਜਿਹੜੀ ਆ ਨਰਸਰੀ ਉਹ ਵੀ ਜਿਹੜੇ ਪਲਾਂਟ ਛੋਟੇ ਪਲਾਂਟ ਤਿਆਰ ਕਰਦੇ ਹੋ ਆਪ ਮਿਲੀਅਨਸ ਦੇ ਹਿਸਾਬ ਨਾਲ। ਅੱਜ ਮੈਂ ਸਾਰੀ ਜਿਵੇਂ ਆਪਾਂ ਦੇਖਿਆ ਜਾ ਕੇ ਤੁਹਾਡਾ ਵੀ ਬਹੁਤ ਵੱਡਾ ਪ੍ਰੋਜੈਕਟ ਆ ਇਹ। ਤੇ ਜਿਹੜੇ ਪਲਾਂਟਸ ਆ ਉਹ ਕਿਹੜੇ ਏਰੀਆ ਨੂੰ ਜਾਂਦੇ ਜੀ? ਏਰੀਏ ਸਾਰੇ ਜ਼ਿਆਦਾ ਕੈਲੀਫੋਰਨੀਆ। ਕਿਸ ਤਰ੍ਹਾਂ ਦੇ ਜਿਹੜੇ ਜ਼ਿਆਦਾ ਹੁੰਦੇ ਆ ਪਲਾਂਟ? ਵਾਲਨਟਸ and maybe I tell you a little bit history ਵੀ ਨਰਸਰੀ 'ਚ ਅਸੀਂ ਸਟਾਰਟ ਹੀ ਕਿਉਂ ਕੀਤਾ। ਅੱਛਾ ਜੀ। ਸਾਡਾ ਕੰਮ ਤੇ ਆਹ ਹੀਗਾ ਡਾਇਗਨੋਸਟਿਕ ਦਾ ਹੈ, ਪੈਥੋਲੋਜੀ ਦਾ, ਇਸ ਦਾ, ਤੇ ਉਹ ਨਰਸਰੀ 'ਚ ਕਿਵੇਂ ਚੱਲ ਗਿਆ। ਜੀ। ਸੋ ਇਸ ਤਰ੍ਹਾਂ ਵੀ ਉਹ ਜਿਹੜਾ ਨਾ ਵਾਲਨਟ ਦੇ ਬੂਟੇ ਉਹ ਬੜੇ ਹਾਰਡ ਆ, ਉਹਨਾਂ ਨੂੰ ਰੂਟ ਨਹੀਂ ਨਿਕਲਦੀ।
ਸੋ ਇੱਕ ਨਰਸਰੀਮੈਨ ਜਿਹੜਾ ਵਾਲਨਟ ਨਰਸਰੀਮੈਨ ਸੀ, ਉਹ ਸਾਡੇ ਨਾਲ ਇੱਥੇ ਉਤਰਾ ਟੈਸਟ ਕਰਾਉਂਦਾ ਹੁੰਦਾ ਸੀ, ਤੇ ਉਹ ਇੱਕ ਦਿਨ ਆਇਆ, ਆਂਦਾ ਵੀ ਤੁਸੀਂ ਵਾਲਨਟ ਕਰ ਸਕਦੇ ਜੇ ਤੇ ਨਰਸਰੀ। ਤੇ ਉਹ ਮੈਂ ਆਖਿਆ ਵੀ ਇਹਦੇ ਲਈ ਤੇ ਪੈਸੇ ਦੀ ਲੋੜ, ਇਨਵੈਸਟਮੈਂਟ ਦੀ ਲੋੜ ਹੁੰਦੀ ਹੈ। ਅੱਛਾ ਜੀ। ਤੇ ਉਹ ਆਂਦਾ ਵੀ ਹਾਂ ਮੈਂ ਤੁਹਾਨੂੰ ਨਾ $250,000 ਦਿੰਦਾ ਹੈ। ਤੇ ਮੈਂ ਕਿਹਾ ਠੀਕ ਆ, ਵੀ ਬਾਕੀ ਅਸੀਂ ਪਾਉਂਦੇ ਆ ਤੇ ਵੀ ਤੇਰੀ ਇੰਨੀ ਪਾਰਟਨਰਸ਼ਿਪ। ਤੇ ਉਹ ਸ਼ੁਰੂ ਕਰ ਲਿਆ। ਉਹ ਨਾ ਥੋੜੇ ਚਿਰ ਬਾਅਦ 2-3 ਮਹੀਨਿਆਂ ਬਾਅਦ ਉਹਨੇ ਕਿਤੋਂ ਹੋਰ ਥਾਂ ਪਤਾ ਕੀਤਾ ਵੀ ਵਾਲਨਟ ਤੇ ਬਹੁਤੇ ਮੁਸ਼ਕਲ ਆ, ਮੈਂ $250,000 ਪਾ ਕੇ ਉਹ ਤੇ ਮੇਰਾ ਗਿਆ ਹੀ ਗਿਆ ਹੈ। ਤੇ ਉਹ ਆਂਦਾ ਵੀ ਮੈਨੂੰ ਛੱਡੋ ਵਿੱਚੋਂ। ਅੱਛਾ। ਆਂਦਾ ਵੀ ਮੈਂ ਪੈਸੇ ਜਿੰਨੇ ਗਏ ਤੇ ਮੈਂ ਨਹੀਂ ਇਸ ਪਾਰਟਨਰਸ਼ਿਪ 'ਚ ਜਾਣਾ ਹੈ। ਓਕੇ। ਤੋ ਸਾਡੇ ਦੀ ਫਿਰ ਚੋਇਸ ਨਹੀਂ, ਵੀ ਅਸੀਂ ਆਖਿਆ ਵੀ ਹੁਣ ਅਸੀਂ ਤੇ ਪਏ ਆ ਵਿੱਚ, ਤੇ ਵੀ ਹੁਣ ਫਿਰ ਅਸੀਂ ਦੈਨ ਆਪਣੇ ਪੈਸੇ ਨਾਲ ਉਹਨੂੰ ਫਿਨਿਸ਼ ਕੀਤਾ ਸਾਰਾ। ਜੀ ਜੀ ਜੀ। ਸੋ ਨਾਓ ਇਟਸ ਵਰਕਿੰਗ ਵੈਰੀ ਵੈਲ। ਹਾਂਜੀ, ਵੈਰੀ ਗੁੱਡ। ਡਾਕਟਰ ਸਾਹਿਬ, ਜਿਵੇਂ ਹੁਣ ਤੁਸੀਂ ਬਹੁਤ ਜ਼ਿਆਦਾ ਇਨਵੋਲਵ ਹੋ, ਬਿਜ਼ਨਸ ਜਿਹੜਾ ਉਹ ਤੁਹਾਡਾ ਪੂਰਾ ਐਸਟੈਬਲਿਸ਼ ਹੋ ਚੁੱਕਾ ਹੈ। ਹਾਂਜੀ, ਤੁਹਾਡੀ ਫੈਮਿਲੀ ਮੈਂਬਰਸ ਵੀ ਜਿਹੜੇ ਹੈਗੇ ਆ ਉਹ ਵੀ ਨਾਲ ਤੁਹਾਡੀ ਪੂਰੀ ਹੈਲਪ ਕਰ ਰਹੇ ਆ, ਬੱਚੇ ਅਗਲੀ ਨੈਕਸਟ ਜਨਰੇਸ਼ਨ ਜਿਹੜੀ ਆ ਉਹ ਵੀ ਅੱਗੇ ਤੁਰ ਪਈ ਆ। ਤੇ ਤੁਹਾਡੀ ਕੋਈ ਹਾਲੇ ਵੀ ਕੋਈ ਖਾਹਿਸ਼ ਹੈ ਕਿ ਜਾਂ ਕੋਈ ਫਿਊਚਰ ਪਲਾਨ ਹੈ ਵੀ ਤੁਸੀਂ ਹਾਲੇ ਹੋਰ ਵੀ ਕੁਝ ਕਰਨਾ ਚਾਹੁੰਦੇ ਹੋ? ਮੇਰੀਆਂ ਜਿਹੜੇ ਬੱਚਿਆਂ ਦੇ ਪੂਰਾ ਮੈਨੂੰ ਕੌਨਫੀਡੈਂਸ ਆ। ਤੇ ਹੁਣ ਮੈਂ ਹਫਤੇ 'ਚ 1-2 ਦਿਨ ਹੀ ਆਉਣਾ, ਬਾਕੀ ਮੇਰੇ ਗ੍ਰੈਂਡ ਕਿਡਸ ਆ, ਉਹਨਾਂ ਨਾਲ ਖੇਡਦੇ ਆ, ਬਹੁਤ ਵਧੀਆ ਲੱਗਦਾ। ਜੀ ਜੀ। ਤੇ ਪਰ ਇਹ ਆ ਵੀ ਉਹ ਹੌਬੀ ਲਈ ਸਮਝ ਲਓ ਜਾਂ ਕੁਛ, ਮੇਰੀ ਇਹ ਪਲਾਨ ਆ ਵੀ ਇੱਥੇ ਨਾ 2 ਪਾਂਡਸ ਆ, ਇੱਕ ਇੱਥੇ ਸਾਹਮਣੇ ਇੱਕ ਪਿੱਛੇ ਆ। ਤੇ ਆਈ ਲਾਈਕ ਟੂ ਮੇਕ ਵੀ ਉੱਥੇ ਦਾ ਉਹਦੇ ਵਿੱਚ ਫਲੋਟਿੰਗ ਗਾਰਡਨ ਬਣਾਉਣਾ। ਜੀ ਜੀ। ਵਿੱਚ ਫੁੱਲ ਲਾਉਣੇ ਆ, ਦੇ ਆਰ ਫਲੋਟਿੰਗ ਅਰਾਊਂਡ ਐਂਡ ਜਸਟ ਫਾਰ ਹੌਬੀ ਹੈ। ਜੀ ਜੀ। ਤੇ ਜੇ ਮੇਰੇ ਕੋਲ ਟਾਈਮ ਜ਼ਿਆਦਾ ਹੁੰਦਾ ਹੋਵੇ, ਪਹਿਲੋਂ ਦਾ ਆਈਡੀਆ ਹੁੰਦਾ, ਫਿਰ ਤੇ ਜਿਵੇਂ ਸੈਕਰਾਮੈਂਟੋ ਰਿਵਰ ਲੰਘਦਾ ਸੈਕਰਾਮੈਂਟੋ ਦੇ ਵਿੱਚੋਂ ਦੀ, ਉੱਥੇ ਕੋਈ ਪ੍ਰੋਜੈਕਟਸ ਹੋ ਸਕਦਾ ਵੀ ਨਾਲ ਫਲੋਟਿੰਗ ਪਲਾਂਟਸ ਜਿਹੜੇ ਫਲੋਟਿੰਗ ਗਾਰਡਨ ਜਿਹਨੂੰ ਕਹਿੰਦੇ ਆ, ਵੀ ਉਹ ਲਾਵਾਂ। ਗੁੱਡ ਆਈਡੀਆ, ਗੁੱਡ ਵਧੀਆ, ਪਰ ਹੁਣ ਤੇ ਉਹ ਹੌਬੀ ਵਾਸਤੇ ਆ। ਆਈ ਐਮ ਸੋ ਹੈਪੀ ਵੀ ਤੁਹਾਡਾ ਚੈਨਲ ਦਿਨੋਂ ਦਿਨ ਤਰੱਕੀ ਕਰਨ ਡਿਆ। ਸੋ ਆਈ ਲਾਈਕ ਵੀ ਤੁਹਾਡੇ ਇਹਦੇ ਵਿੱਚ ਇੱਕ ਫਾਰਮਿੰਗ ਦਾ ਸੈਕਸ਼ਨ ਵੀ ਹੋਵੇ, ਬਿਕਾਜ਼ ਅਸੀਂ ਐਗਰੀਕਲਚਰ ਨੂੰ ਬਿਲੋਂਗ ਕਰਦੇ ਹਾਂ। ਤੇ ਇੱਕ ਸੈਕਸ਼ਨ ਹੋਵੇ ਜਿਹਦੇ 'ਚ ਇਨਫੋਰਮੇਸ਼ਨ ਜਿਹੜੀ ਆ ਮਿਲਦੀ ਰਹੇ। ਸਪੈਸ਼ਲੀ ਮੈਂ ਜਿਹੜੇ ਐਮੰਡ ਫਾਰਮਰਸ ਆ ਉਹਨਾਂ ਨਾਲ ਕਾਫੀ ਇਨਵੋਲਡ ਆ। ਤੇ ਇਹ ਜਿਵੇਂ 3 ਬਿਲੀਅਨ ਪਾਉਂਡ ਪਿਛਲੇ ਸਾਲ ਸੀਗੀ ਐਮੰਡ ਦੀ ਕ੍ਰਾਪ, ਵਧੀਆ। ਦੇ ਸਟਿਲ ਪਲਾਂਟਿੰਗ। ਤੇ ਫਾਰਮਰ ਦੇ ਨਵੇਂ ਫਾਰਮਰ ਆਉਂਦੇ ਇੰਡੀਆ ਤੋਂ, ਉਹ ਵੀ ਇਸ ਬਿਜ਼ਨਸ 'ਚ ਜਾਂਦੇ ਆ। ਤੇ ਹੋਪਫੁਲੀ some segment we can contribute and through your channel to we reach to everybody. ਜੀ ਜੀ, ਬਹੁਤ ਅੱਛੇ ਡਾਕਟਰ ਸਾਹਿਬ, ਤੁਹਾਡੇ ਨਾਲ ਬਹੁਤ ਵਧੀਆ ਜਾਣਕਾਰੀ ਅਸੀਂ ਹਾਸਲ ਕੀਤੀ ਹੈ ਗੱਲ ਕਰਕੇ। ਤੁਸੀਂ ਜਿੱਥੇ ਇੱਕ ਵਧੀਆ ਇਨਸਾਨ ਹੋ, ਵਧੀਆ ਇੱਕ ਪਲਾਂਟਸ ਦੇ ਵਿੱਚ ਤੁਹਾਡੀ ਮਹਾਰਤ ਤੁਹਾਡੇ ਕੋਲ ਹਾਸਲ ਆ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਇੱਕ ਨਰਸਰੀ ਵੀ ਕਹਿ ਲੈਂਦੇ ਇਹਨੂੰ ਤੇ ਲੈਬ ਵੀ ਕਹਿ ਲੈਂਦੇ ਆ, ਤੇ ਉਹ ਇਸ ਵੇਲੇ ਐਸਟੈਬਲਿਸ਼ ਕੀਤੀ ਆ, ਜਿਹਦੇ ਨਾਲ ਸਾਡਾ ਕਮਿਊਨਿਟੀ ਦਾ ਨਾਮ ਵੀ ਜਿਹੜਾ ਹੈਗਾ ਉਹ ਵਰਲਡ ਵਾਈਡ ਜਿਹੜਾ ਉਹ ਫੈਲਿਆ। ਕਿਉਂਕਿ ਬਿਨਾਂ ਇੱਕ ਸਾਇੰਟਿਸਟ ਦੇ ਕੋਈ ਵੀ ਕੰਮ ਜਿਹੜਾ ਹੈਗਾ ਉਹ ਪੂਰਾ ਨਹੀਂ ਹੁੰਦਾ, ਚਾਹੇ ਉਹ ਖੇਤੀਬਾੜੀ ਆ, ਚਾਹੇ ਉਹ ਵੈਟਨਰੀ ਆ, ਚਾਹੇ ਬੰਦਿਆਂ ਦੇ ਡਾਕਟਰ ਆ ਜਾਂ ਕੋਈ ਹੋਰ ਡਾਕਟਰ ਆ। ਇਹ ਡਾਕਟਰਾਂ ਨੇ ਜਿਹੜਾ ਕੰਮ ਕਰਨਾ ਉਹ ਇੱਕ ਸਾਇੰਸ ਦੇ ਤਰੀਕੇ ਨਾਲ ਕਰਨਾ। ਤੇ ਜਿਹੜੇ ਪਲਾਂਟਸ ਆ ਉਹ ਵੀ ਇੱਕ ਸਾਇੰਸ ਦੇ ਅੰਡਰ ਆਉਂਦੇ ਆ। ਇਹਨਾਂ ਨੇ ਜਿਹੜੀ ਐਜੂਕੇਸ਼ਨ ਕੀਤੀ ਆ ਉਹ ਵੀ ਇੱਕ ਬਹੁਤ ਵੱਡੇ ਲੈਵਲ 'ਤੇ, ਉੱਚ ਲੈਵਲ 'ਤੇ ਇਹਨਾਂ ਨੇ ਆਪਣੀ ਵਿੱਦਿਆ ਜਿਹੜੀ ਐਜੂਕੇਸ਼ਨ ਉਹ ਹਾਸਲ ਕੀਤੀ ਆ। ਡਾਕਟਰ ਸਾਹਿਬ, ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਅੱਜ ਅਸੀਂ ਜਾਣਕਾਰੀ ਹਾਸਲ ਕੀਤੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ।